ਮੁੱਦਾ ਯੂਐਸਏ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਜਿਹੜਾ ਅਸੀਂ ਵਿਸ਼ਾ ਲੈ ਕੇ ਆਏ ਹਾਂ ਬੜਾ ਹੀ ਖਾਸ ਵਿਸ਼ਾ ਹੈ, ਕਿਉਂਕਿ ਕਰੋਨਾ ਵਾਇਰਸ ਦੇ ਦੌਰਾਨ ਕਾਫੀ ਬਿਜ਼ਨਸ ਜਿਹੜੇ ਨੇ ਉਹਨਾਂ ਵਿੱਚ ਉਤਲ ਪਤਲ ਦੇਖਣ ਨੂੰ ਮਿਲੀ ਹੈ, ਜਿਹਦੇ ਵਿੱਚ ਆਟੋਮੋਬਾਈਲ ਇੰਡਸਟਰੀ ਵੀ ਬਹੁਤ ਵੱਡਾ ਜਿਹੜਾ ਉਹਦੇ ਵਿੱਚ ਉਤਲ ਪਤਲ ਹੋ ਰਹੀ ਹੈ। ਨਵੀਆਂ ਕਾਰਾਂ ਆ ਨਹੀਂ ਰਹੀਆਂ, ਪੁਰਾਣੀਆਂ ਕਾਰਾਂ ਦੇ ਪ੍ਰਾਈਸ ਲਗਾਤਾਰ ਵੱਧ ਰਹੇ ਨੇ। ਕੀ ਕਾਰਨ ਨੇ ਔਰ ਆਉਣ ਵਾਲੇ ਸਮੇਂ ਵਿੱਚ ਕਿੱਦਾਂ ਦਾ ਇਹਦਾ ਸਿਨੈਰੀਓ ਦੇਖਣ ਨੂੰ ਮਿਲੇਗਾ, ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਜਗਰੂਪ ਗਿੱਲ ਨੇ, ਜਿਨ੍ਹਾਂ ਨੂੰ ਇੱਥੇ ਜੇ ਗਿੱਲ ਵੀ ਕਿਹਾ ਜਾਂਦਾ ਹੈ। ਇਹਨਾਂ ਕੋਲ ਬਹੁਤ ਵੱਡੇ ਪੱਧਰ ਤੇ ਕਾਰ ਡੀਲਰਸ਼ਿਪਸ ਨੇ ਕੈਲੀਫੋਰਨੀਆ ਦੇ ਵਿੱਚ, ਹਵਾਈ ਦੇ ਵਿੱਚ, ਔਰ ਕਾਫੀ ਬ੍ਰਾਂਡਸ ਦੇ ਇਹਨਾਂ ਕੋਲ ਜਿਹੜੀ ਡੀਲਰਸ਼ਿਪ ਹੈਗੀ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਰੋਜ਼ ਵਿਚਰਦੇ ਨੇ ਡੀਲਰਸ਼ਿਪ ਦੇ ਵਿੱਚ। ਜਗਰੂਪ ਜੀ, ਤੁਹਾਡਾ ਸਵਾਗਤ ਹੈ। ਔਰ ਜਿੱਦਾਂ ਕਿ ਕਰੋਨਾ ਵਾਇਰਸ ਦੇ ਦੌਰਾਨ ਦੇਖਣ ਨੂੰ ਮਿਲਿਆ ਕਿ ਆਟੋਮੋਬਾਈਲ ਜਿਹੜੀ ਇੰਡਸਟਰੀ ਹੈ ਇੱਥੇ ਵੀ ਬਹੁਤ ਵੱਡਾ ਇਹਦਾ ਅਸਰ ਪਿਆ ਹੈ। ਹਾਂਜੀ ਸੰਜੀਵ, ਥੈਂਕ ਯੂ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਆਡੀਅנס ਨੂੰ। ਤੇ ਜਿਹੜਾ ਸਾਰਾ ਫਿਨਾਮਨਾ ਹੋਇਆ ਨਾ ਇੱਕ ਆਪਣੀ ਸਾਰੀ ਦੁਨੀਆ ਦੇ ਵਿੱਚ ਹੀ, ਜਦੋਂ ਕੋਵਿਡ ਸ਼ੁਰੂ ਹੋਇਆ, ਸੋ ਪਹਿਲਾਂ ਤਾਂ ਜਿਹੜੀ ਸਾਰੀ ਸਪਲਾਈ ਚੇਨ ਸੀ ਡਿਸਰਪਟ ਹੋਈ, ਕਿਉਂਕਿ ਫੈਕਟਰੀਆਂ ਬੰਦ ਹੋ ਗਈਆਂ ਤੇ ਪਤਾ ਨਹੀਂ ਸੀਗਾ ਵੀ ਹੁਣ ਪ੍ਰੋਡਕਟ ਬਣੂਗਾ ਕਿ ਨਹੀਂ। ਸਾਨੂੰ ਵੀ ਨਹੀਂ ਪਤਾ ਸੀ ਵੀ ਕਾਰਾਂ ਅਸੀਂ ਵੇਚ ਸਕਦੇ ਕਿ ਨਹੀਂ, ਸਾਰੇ ਡੀਲਰਸ਼ਿਪ ਵੀ ਬੰਦ ਹੋ ਗਏ। ਪਰ ਹੌਲੀ ਹੌਲੀ ਜਦੋਂ ਕੰਮ ਤੁਰਿਆ ਤੇ ਸਾਰਾ ਜਿਹੜਾ ਪ੍ਰੋਸੈਸ ਸੀਗਾ 6 7 8 ਮਹੀਨੇ ਮਗਰ ਪਿੱਛੇ ਹੋ ਗਿਆ ਉਹ। ਤੇ ਉਸ ਤੋਂ ਬਾਅਦ ਹੁਣ ਜਿੰਨਾ ਪ੍ਰੋਡਕਟ ਆ ਰਿਹਾ, ਬਹੁਤ ਨਵਾਂ ਪ੍ਰੋਡਕਟ ਆ ਰਿਹਾ, ਸਾਰੇ ਮੈਨੂਫੈਕਚਰਰਸ ਵੀ ਜਿੰਨੇ ਹੈਗੇ ਆ। ਸੋ ਜਿਹੜੇ ਮਾਈਕਰੋ ਚਿਪ ਆ, ਜਿਵੇਂ ਆਮ ਜਿਹੜਾ ਪੁਰਾਣੀਆਂ ਚੀਜ਼ਾਂ ਹੁੰਦੀਆਂ ਸੀ, ਤਾਰਾਂ ਹੁੰਦੀਆਂ ਸੀਗੀਆਂ, ਰਾਈਟ, ਬਿਲਕੁਲ। ਹੁਣ ਉਹਨਾਂ ਦੇ ਜਿਹੜੇ ਵੇਫਰ ਹੁੰਦੇ ਆ, ਵੇਫਰ ਦੇ ਵਿੱਚ ਟ੍ਰਾਂਜ਼ਿਸਟਰ ਲੱਗੇ ਆ। ਉਹ ਜਿਹੜੇ ਟ੍ਰਾਂਜ਼ਿਸਟਰ ਆ ਉਹਨਾਂ ਦੇ ਕਰੋੜਾਂ ਹੀ ਟ੍ਰਾਂਜ਼ਿਸਟਰ ਹੁੰਦੇ ਆ, ਮਾਈਕਰੋਸਕੋਪਿਕ, ਰਾਈਟ, ਦੱਸਦੇ ਨਿੱਕੇ। ਸੋ ਇੱਕ ਵੇਫਰ ਤੇ ਉੱਤੇ ਇੰਨੇ ਲਾਉਂਦੇ ਆ ਉਹ। ਸੋ ਉਹ ਜਿਹੜੇ ਬਣ ਰਹੇ ਆ ਉਹ, ਉਹਨਾਂ ਦੇ ਵਿੱਚ ਬਹੁਤ ਹਾਈ ਟੈਕਨੋਲੋਜੀ ਪ੍ਰੋਸੈਸ ਆ ਉਹ। ਉੱਥੇ ਤਾਈਵਾਨ 'ਚ ਵਾਲੇ ਬਣਦੇ ਆ ਐਕਚੁਅਲੀ। ਕਈ ਤਾਂ ਜਿਹੜੇ ਇੰਨੇ ਕੰਪਲੀਕੇਟਡ ਹੈਗੇ ਆ, US ਕੋਲੇ ਟੈਕਨੋਲੋਜੀ ਵੀ ਹੈ ਨਹੀਂ ਗੀ, ਸਾਰੇ ਉੱਥੇ ਬਣਾਉਂਦੇ ਆ। ਸੋ ਜਿਹੜੇ ਉਹ ਟ੍ਰਾਂਜ਼ਿਸਟਰ ਲੱਗ ਰਹੇ ਆ ਉੱਤੇ, ਉਹਨਾਂ ਦੇ ਚਿਪਸ ਉੱਤੇ ਆਮ ਹੁਣ ਜਿਹੜਾ ਪਿਕਅਪ ਆ, ਜਿਵੇਂ ਕਿ ਫੋਰਡ F-150, ਉਹ ਇੱਕ ਟਰੱਕ ਦੇ ਵਿੱਚ ਘੱਟੋ ਘੱਟ 1850 ਤੋਂ ਉੱਪਰ ਚਿਪ ਪੈਂਦਾ ਆ। ਸੋ ਜਿੰਨੀ ਜ਼ਿਆਦਾ ਟੈਕਨੋਲੋਜੀ ਆ ਉਨੇ ਜ਼ਿਆਦਾ ਚਿਪ ਯੂਜ਼ ਹੁੰਦੇ ਆ। ਸੋ ਜੇ ਤੁਸੀਂ ਦੇਖੋਗੇ, ਜਾ ਕੇ ਗੱਡੀਆਂ ਖਰੀਦੋਗੇ ਹੁਣ ਜਾ ਕੇ, ਜੋ ਤੁਸੀਂ ਗੱਡੀ ਜਾਂ ਆਰਡਰ ਕਰਦੇ ਆ ਜਾਂ ਲੈਂਦੇ ਆ, ਜਿੰਨੀ ਹੀ ਜ਼ਿਆਦਾ ਤੁਸੀਂ ਲਓਗੇ ਕੰਪਲੀਕੇਟਡ ਕਾਰ ਜਿਹਦੇ ਵਿੱਚ ਜ਼ਿਆਦਾ ਫੀਚਰਸ ਹੋਣ, ਉਨਾ ਹੀ ਤੁਹਾਨੂੰ ਜ਼ਿਆਦਾ ਮੁਸ਼ਕਿਲ ਹੋਊਗਾ ਮਿਲਣਾ, ਰਾਈਟ। ਉਹ ਮਿਲਦਾ ਨਹੀਂਗਾ ਕਿਉਂਕਿ ਉਹ ਚਿਪ ਹਲੇ ਉਹਨੇ ਬਣ ਨਹੀਂ ਰਹੇ। ਸਾਰੇ ਜਿਹੜਾ ਸਾਰੀ ਟੈਕਨੋਲੋਜੀ ਆ, ਨਾਟ ਇਕੱਲੀ ਕਾਰਾਂ ਦੀ, ਹੋਰ ਕੋਈ ਕੰਪਿਊਟਰਸ ਹੋਏ, ਤੁਸੀਂ ਕੰਪਿਊਟਰ ਆਰਡਰ ਕਰਕੇ ਦੇਖੋ। ਮੈਂ ਹੁਣ ਲੈਪਟਾਪ ਆਰਡਰ ਕੀਤਾ, ਮੈਨੂੰ 3 ਮਹੀਨੇ ਲੱਗੇ ਲੈਪਟਾਪ ਆਰਡਰ ਕਰਨ ਨੂੰ। ਸੋ ਜਿਹੜਾ ਇਹ ਚਿਪਸ ਦੀ ਪ੍ਰੋਬਲਮ ਆ, ਇਹ ਸਾਰੇ ਫੈਲੀ ਹੋਈ ਆ, ਸਾਰੇ ਦੁਨੀਆ ਦੇ ਵਿੱਚ ਸੇਮ ਪ੍ਰੋਬਲਮ ਆ ਰਿਹਾ। ਔਰ ਜੇ ਦੇਖਿਆ ਜਾਵੇ ਕਰੋਨਾ ਵਾਇਰਸ ਦੌਰਾਨ ਜਦੋਂ ਬਿਲਕੁਲ ਸ਼ਟ ਡਾਊਨ ਹੋ ਗਈ ਸੀ ਇੱਕ ਤਰ੍ਹਾਂ ਨਾਲ ਮਾਰਕੀਟ, ਔਰ ਉਹਨੂੰ ਦੇਖਦੇ ਹੋਏ ਫੈਕਟਰੀਜ਼ ਵੀ ਡੈਫੀਨੇਟਲੀ ਬੰਦ ਹੋ ਗਈਆਂ ਸੀ, ਜਾਂ ਉਹਨਾਂ ਨੇ ਆਵਰਸ ਘਟਾ ਦਿੱਤੇ ਸੀ, ਜਾਂ ਉਹਨਾਂ ਨੇ EMPLOYEES ਦੇ ਵਿੱਚ, ਕਿਉਂਕਿ ਸੋਸ਼ਲ ਡਿਸਟੈਂਸਿੰਗ ਦਾ ਵੀ ਸੀਗਾ, ਉਹਨੂੰ ਦੇਖਦੇ ਹੋਏ ਉਦੋਂ ਵੀ ਪ੍ਰੋਡਕਟ ਆਉਣਾ ਘਟਿਆ ਸੀ। ਕੀ ਤੁਹਾਨੂੰ ਕਿੰਨਾ ਕੁ ਦਿਖਿਆ ਫਰਕ ਪਿਛਲੇ ਸਾਲਾਂ ਨਾਲੋਂ, ਕੋਵਿਡ ਤੋਂ ਪਹਿਲਾਂ ਤੇ ਹੁਣ ਕੋਵਿਡ ਦੌਰਾਨ ਤੇ ਕੋਵਿਡ ਤੋਂ ਬਾਅਦ? ਸੋ ਕੋਵਿਡ ਤੋਂ ਪਹਿਲਾਂ ਅਸੀਂ ਪਹਿਲੇ ਸਾਲ ਟਰੈਕ ਕਰ ਰਹੇ ਸੀਗੇ। ਤੁਹਾਨੂੰ ਆਈ ਥਿੰਕ ਪਹਿਲੀ ਸ਼ੋਅ 'ਚ ਵੀ ਦੱਸਿਆ ਸੀਗਾ ਵੀ ਸਾਨੂੰ ਅਸੀਂ ਕਹਿੰਦੇ ਉਹਨੂੰ SAAR, ਸੀਜ਼ਨਲੀ ਐਡਜਸਟਡ ਐਵਰੇਜ ਰੇਟ। ਉਹ ਜਿੰਨੀਆਂ ਤੁਸੀਂ ਗੱਡੀਆਂ ਵੇਚਦੇ ਆ ਮਹੀਨੇ ਦੀਆਂ, ਉਹਨੂੰ ਮਲਟੀਪਲਾਈ ਕਰਦੇ 12, ਫਿਰ ਉਹਦੇ ਉਹ ਸੀਜ਼ਨਲੀ ਐਡਜਸਟਡ ਰੇਟ ਹੋ ਜਾਂਦਾ। ਸੋ ਅੱਗੇ 18-19 ਮਿਲੀਅਨ ਤੱਕ ਚਲੀ ਗਈ ਸੀ ਕੋਵਿਡ ਤੋਂ ਪਹਿਲਾਂ। ਫਿਰ ਜਦੋਂ ਕੋਵਿਡ ਆਇਆ, ਇੱਕੋ ਦਮ ਡਿਸਰਪਸ਼ਨ ਹੋਈ, ਉਹ 12-13-14 ਮਿਲੀਅਨ ਤੇ ਡਿੱਗ ਪਈ ਸੀਗੀ। ਇਦੋਂ ਇੰਨਾ ਸਲੋ ਹੋਇਆ ਸੀ 2010 ਦੇ ਵਿੱਚ, ਜਦੋਂ ਇਕਾਨਮੀ ਨੂੰ ਪ੍ਰੋਬਲਮ ਆਈ ਸਾਰੀ ਵਰਲਡ ਵਾਈਡ ਇਕਾਨਮੀ ਨੂੰ, ਉਦੋਂ 8-9 ਮਿਲੀਅਨ ਚਲਾ ਗਿਆ ਸੀਗਾ। ਸੋ ਹੁਣ ਹੌਲੀ ਹੌਲੀ ਪਿਕਅਪ ਹੋ ਰਿਹਾ, ਤੇ ਹੁਣ ਵੀ ਇਸ ਸਾਲ ਟਰੈਕ ਕਰ ਰਿਹਾ ਉਹ ਜਿਹੜਾ SAAR ਆ 15-16 ਮਿਲੀਅਨ ਤੱਕ ਚਲਿਆ ਗਿਆ ਹਜੇ ਵੀ, ਕਿਉਂਕਿ ਹੌਲੀ ਹੌਲੀ ਵਾਪਸ ਆ ਰਹੀ ਆ। ਪਰ ਜਿਹੜੀ ਜਿੰਨੀ ਸਪਲਾਈ ਚੇਨ ਗੱਡੀਆਂ ਖੜੀਆਂ ਸੀ ਸਾਰੀਆਂ, ਉਹ ਹੁਣ ਮੁੱਕ ਗਈਆਂ, 6 ਮਹੀਨੇ ਪਹਿਲਾਂ ਹੀ ਮੁੱਕ ਗਈਆਂ। ਸੋ ਜੇ ਤੁਸੀਂ ਦੇਖੋ, ਹੁਣ ਤੁਸੀਂ 6-7 ਮਹੀਨੇ ਹੋ ਗਿਆ, ਹੁਣ ਜਾ ਕੇ ਪਲਾਂਟਸ ਫਿਰ ਦੁਬਾਰਾ ਸ਼ੁਰੂ ਹੋ ਰਹੇ ਆ ਤੇ ਚਿਪਸ ਆ ਰਹੇ ਆ। ਤੇ ਆਈ ਥਿੰਕ ਡਿਪੈਂਡਸ ਵੀ ਕਿਹੜਾ ਮੈਨੂਫੈਕਚਰ ਤੁਸੀਂ ਕਿਹੜੀ ਗੱਡੀ ਲੈ ਰਹੇ ਆ। ਅਗਸਤ ਮਹੀਨਾ 12 ਆਊਗਾ, ਹੁਣ ਹੌਲੀ ਹੌਲੀ ਜਾ ਕੇ ਇਨਵੈਂਟੋਰੀ ਫਿਰ ਰੈਂਪ ਅਪ ਹੋਊਗੀ। ਔਰ ਕਿਉਂਕਿ ਹੁਣ ਵੀ ਜੇ ਆਪਾਂ ਡੀਲਰਸ਼ਿਪਸ ਦੀ ਗੱਲ ਕਰੀਏ, ਜੇ ਡੀਲਰਸ਼ਿਪਸ ਤੇ ਜਾਈਏ, ਆਪਾਂ ਕਿਸੇ ਵੀ ਬ੍ਰਾਂਡ ਤੇ ਚਲੇ ਜਾਈਏ, ਤੇ ਉੱਥੇ ਤੁਹਾਨੂੰ ਇਨਵੈਂਟਰੀ ਨਹੀਂ ਦਿਖਦੀ ਨਹੀਂਗੀ, ਉਹਨਾਂ ਸਟਾਕ ਨਹੀਂ ਦਿਖਦਾ ਨਵੀਂ ਗੱਡੀ ਦਾ। ਤੇ ਕੀ ਕਾਰਨ ਆ ਕਿ ਹੱਲੇ ਵੀ ਫੈਕਟਰੀਆਂ ਦੇ ਵਿੱਚ ਪ੍ਰੋਡਕਸ਼ਨ ਨਹੀਂ ਹੋ ਰਹੀ? ਕੀ ਕਾਰਨ ਆ? ਸੋ ਸੰਜੀਵ, ਇੱਕ ਇਹ ਕਈ ਗੱਲਾਂ ਇਹਦੀਆਂ। ਪਿਛਲੇ ਸਾਲ 2 ਸਾਲਾਂ ਦੇ ਵਿੱਚ ਆਪਣੀਆਂ ਜਿਵੇਂ ਜਨਰਲ ਮੋਟਰਸ ਆ, ਫੋਰਡ ਆ, ਕ੍ਰਾਈਸਲਰ ਆ, ਉਹਨਾਂ ਨੇ ਜਿਹੜੀਆਂ ਗੱਡੀਆਂ ਸੀ ਬਣਾਉਣੀਆਂ ਬੰਦ ਕਰਤੀਆਂ, ਛੋਟੀਆਂ ਕਾਰਾਂ, ਕਿਉਂਕਿ ਸਾਰੇ SUV ਲੈਂਦੇ ਆ। ਸੋ ਉਹਨਾਂ ਨੇ ਡਿਸਕੰਟੀਨਿਊ ਕਰਤਾ ਜਿਹੜਾ ਪੁਰਾਣਾ ਮਾਡਲ। ਸੋ ਜਿੰਨਾ ਵੀ ਉਹ ਸਪਲਾਈ ਚੇਨ ਉਹ ਬੰਦ ਹੋ ਗਿਆ। ਸੋ ਹੁਣ ਜਦੋਂ ਉਹਨਾਂ ਨੇ ਨਵਾਂ ਪ੍ਰੋਡਕਟ ਆ ਰਿਹਾ, ਉਹਦੇ ਵਿੱਚ ਟੈਕਨੋਲੋਜੀ ਵੀ ਜ਼ਿਆਦਾ, ਉਹਦੇ ਵਿੱਚ ਸਾਰਾ ਕੁਝ ਨਵਾਂ ਆ, ਉਹਦੇ ਪਾਰਟਸ ਵੀ ਨਵੇਂ। ਅੱਗੇ ਤਾਂ ਹੁੰਦਾ ਵੀ ਚੱਲ ਗੱਡੀਆਂ ਬਣੀਆਂ ਦੀਆਂ ਪਾਰਟਸ ਸਟਾਕ 'ਚ ਹੈਗੇ ਆ, ਉਹਦੇ ਪਾਰਟਸ ਵੀ ਨਵੇਂ ਬਣਨੇ ਆ। ਸੋ ਇੱਕ ਤਾਂ ਇਹ ਇਫੈਕਟ ਹੋਇਆ। ਇੱਕ ਜਦੋਂ ਆਪਣਾ
ਸਾਰਾ ਡਿਸਰਪਸ਼ਨ ਹੋਇਆ 7-8 ਮਹੀਨੇ, ਉਹ ਸਾਰਾ ਕੁਝ ਖੜ ਗਿਆ। ਹੁਣ ਜੋ ਦੁਬਾਰਾ ਸ਼ੁਰੂ ਕਰਨ ਨੂੰ ਉਹ ਉਨਾ ਟਾਈਮ ਫੇਰ ਲੱਗੂਗਾ ਉਹਨੂੰ ਗੈਪ ਪਾਉਣ ਨੂੰ। ਆਪਾਂ ਜਿਵੇਂ ਆਪਾਂ ਕਾਰ ਡਰਾਈਵ ਕਰਦੇ ਹੁੰਦੇ ਮੂਹਰੇ ਹਰੀ ਬੱਤੀ ਹੋ ਜਾਂਦੀ ਆ, ਪਰ ਆਪਾਂ ਖੜੇ ਹੁੰਦੇ ਆ ਨਾ, ਕਿੰਨਾ ਟਾਈਮ ਲੱਗਦਾ ਜਦੋਂ ਆਪਾਂ ਤੁਰਦੇ ਆ। ਸੋ ਸੇਮ ਜਿਹੜਾ ਇਹ ਐਗਜ਼ਾਮਪਲ ਹੈ, ਐਨਾਲੋਜੀ ਯੂਜ਼ ਕੀਤੀ ਮੈਂ, ਸੇਮ ਥਿੰਗ ਆ ਸਾਰੀ ਸਪਲਾਈ ਚੇਨ 'ਚ। ਹੁਣ ਜੇ ਉਹ 8 ਮਹੀਨੇ ਚੀਜ਼ ਬੰਦ ਹੋਈ ਆ, ਉਹ ਜਿਹੜਾ ਗੈਪ ਆ ਉਹ ਹੌਲੀ ਹੌਲੀ ਜਾ ਕੇ ਉਨਾ ਹੀ ਟਾਈਮ ਫੇਰ ਲੱਗਣਾ। ਉਹ ਪਰ ਜੇ ਆਪਾਂ ਗੱਲ ਕਰੀਏ 1 ਮਹੀਨੇ ਦੇ ਵਿੱਚ, ਤੇ ਐਵਰੇਜ ਤੁਹਾਡੀ ਡੀਲਰਸ਼ਿਪ ਤੇ ਸਾਰੀਆਂ ਨੂੰ ਮਿਲਾ ਲਓ ਜਿੰਨੀਆਂ ਤੁਹਾਡੇ ਕੋਲ ਡੀਲਰਸ਼ਿਪਸ ਨੇ, ਕਿੰਨੀ ਕੁ ਐਵਰੇਜ ਗੱਡੀ ਦੀ ਸੇਲ ਹੁੰਦੀ ਸੀ? ਕਿੰਨੀਆਂ ਗੱਡੀਆਂ ਐਵਰੇਜ ਨਿਕਲਦੀਆਂ ਸੀ? ਸੋ ਕੋਵਿਡ ਤੋਂ ਪਹਿਲਾਂ ਸਾਡੀ 1000 ਤੋਂ ਉੱਤੇ ਗੱਡੀ ਵੇਚਦੇ ਸੀ। ਹਾਂ, ਪਰ ਮਹੀਨੇ 'ਚ 1000 ਗੱਡੀ ਵੇਚਦੇ ਸੀ ਅਸੀਂ ਮਹੀਨੇ 'ਚ। ਹੁਣ ਇਸ ਮਹੀਨੇ ਅਗਸਤ ਦੇ ਵਿੱਚ ਸਾਰਿਆਂ ਨੂੰ ਆਈ ਥਿੰਕ ਸਲੋ ਸੀਗਾ, ਅਸੀਂ 650-700 ਗੱਡੀ ਤੇ ਆ ਗਏ ਸੀ। ਸਾਨੂੰ 30-35-40% ਦਾ ਕਾਫੀ ਫਰਕ ਹੁੰਦਾ, ਬਹੁਤ ਜ਼ਿਆਦਾ ਫਰਕ, ਬਹੁਤ ਵੱਡਾ ਫਰਕ ਆ, ਬਹੁਤ ਵੱਡਾ ਫਰਕ। ਲੇਕਿਨ ਇਹ ਤਾਂ ਤੁਸੀਂ ਹੁਣ ਦੱਸਿਆ ਵੀ ਅਗਸਤ ਦੇ ਵਿੱਚ, ਤੇ ਇਨ ਬਿਟਵੀਨ ਜਦੋਂ ਪਹਿਲਾਂ ਕੋਵਿਡ ਹਲੇ ਸ਼ਟਡਾਊਨ ਜਦੋਂ ਰੁਕਿਆ ਹੀ ਆ, ਉਦੋਂ ਤਾਂ ਫਿਰ ਬਿਲਕੁਲ ਹੀ ਬਹੁਤ, ਉਹ ਤਾਂ ਫਿਰ ਜਦੋਂ ਇੱਕੋਦਮ ਸਾਰੀ ਆਪਣੇ ਸਿਸਟਮ ਨੂੰ ਸ਼ਾਕ ਲੱਗਾ, ਉਦੋਂ ਕਿਸੇ ਨੂੰ ਕੋਈ ਪਤਾ ਨਹੀਂ ਸੀਗਾ ਵੀ ਬਿਜ਼ਨਸ ਨੂੰ ਕੀ ਹੋਣਾ, ਰਾਈਟ। ਇੱਕੋਦਮ ਸਾਰਾ ਸਟੇਟ ਆਫ ਕੈਲੀਫੋਰਨੀਆ ਨੇ ਬੰਦ ਕਰਤਾ ਕੋਵਿਡ ਕਰਕੇ। ਫਿਰ ਹੌਲੀ ਹੌਲੀ ਜਦੋਂ ਤੁਹਾਨੂੰ ਲੱਗਾ 1 ਮਹੀਨੇ ਦਾ ਆ ਕੇ ਸਾਡਾ ਜਮਾਂ ਕੰਮ ਬੰਦ ਹੋ ਗਿਆ ਸੀਗਾ। ਆਈ ਥਿੰਕ ਉਸ ਮਹੀਨੇ ਤਾਂ ਮੈਨੂੰ ਲੱਗਦਾ ਵੀ ਅਸੀਂ 70-80% ਡਾਊਨ ਸੀ ਗੱਡੀਆਂ ਦਾ, ਕੁਝ ਵਿਖਿਆ ਨਹੀਂਗਾ। ਅਸੀਂ EMPLOYE ਵੀ ਸਾਰੇ ਲੇ ਆਫ ਕਰਤੇ ਸੀ, ਰਾਈਟ, ਵੀ ਕੰਮ ਕੀ ਕਰਨਾ ਇਹਨਾਂ ਨੇ। ਸੋ ਉਸ ਟਾਈਮ ਤੇ ਥੋੜੇ ਚਿਰ ਲਈ ਤਾਂ ਐਂ ਹੋ ਗਿਆ ਸੀ ਵੀ ਬਾਈ ਅਪਾਇੰਟਮੈਂਟ ਓਨਲੀ ਹੋ ਗਿਆ ਸੀਗਾ, ਵੀ ਕਿਉਂਕਿ ਉਦੋਂ ਜਿਹੜਾ ਕੋਵਿਡ ਆ ਨਵਾਂ ਡਿਜ਼ੀਜ਼ ਆਇਆ, ਕਿਸੇ ਨੂੰ ਪਤਾ ਨਹੀਂ ਸੀ ਵੀ ਕਿਵੇਂ ਇਹਨੂੰ ਰਿਐਕਟ ਕਰਨਾ ਨਾ। ਸੋ ਉਹ ਪਹਿਲਾਂ ਤਾਂ ਸਾਰੇ ਕਾਉਂਟੀਜ਼ ਨੇ ਬੰਦ ਕਰਤਾ ਵੀ ਤੁਸੀਂ ਕੋਈ EMPLOYE ਨਹੀਂ ਹੋ ਸਕਦਾ। ਫਿਰ ਹੌਲੀ ਹੌਲੀ ਉਹਨਾਂ ਨੇ ਕਿਹਾ ਵੀ ਤੁਸੀਂ ਬਾਈ ਅਪਾਇੰਟਮੈਂਟ, ਫਿਰ ਆਪਣੇ ਸੋਸ਼ਲ ਡਿਸਟੈਂਸਿੰਗ ਆ ਗਈ। ਫਿਰ ਔਨ ਟਾਪ ਦੈਟ ਜਦੋਂ ਆਪਣੇ ਮਾਸਕ ਯੂਜ਼ ਕਰਦੇ, ਆਪਣਾ ਗਾਈਡਲਾਈਨਸ ਕਰਤੀਆਂ ਵੀ ਇੰਨੇ ਦੂਰ ਰਹਿਣਾ ਸਾਰਿਆਂ ਨੂੰ। ਸੋ ਹੌਲੀ ਹੌਲੀ ਜਾ ਕੇ ਫਿਰ ਜੋ ਸਿਸਟਮ ਸ਼ੁਰੂ ਹੋਇਆ, ਫਿਰ ਜਾ ਕੇ ਕੰਮ ਤੁਰਿਆ। ਤੇ ਇਸ ਸਾਲ ਆਪਣੇ ਫਰਵਰੀ ਮਾਰਚ ਤੇ ਆ ਕੇ ਜਦੋਂ ਵੀ ਇਕਾਨਮੀ 'ਚ ਇੰਨਾ ਹੁਣ ਸਟਿਮੂਲਸ ਵੀ ਬਹੁਤ ਜ਼ਿਆਦਾ ਆ, $4 ਟ੍ਰਿਲੀਅਨ ਪਾਇਆ, ਉਹ ਪੈਸਾ ਕਿਸੇ ਪਾਸੇ ਜਾਣਾ ਹੀ ਆ। ਤੇ ਆਪਣਾ US ਗਵਰਨਮੈਂਟ ਨੇ ਬਹੁਤ ਸਿਆਣੀ ਗੱਲ ਕੀਤੀ ਵੀ ਉਦੋਂ ਹੀ ਜਦੋਂ ਇਕਾਨਮੀ ਨੂੰ ਸ਼ਾਕ ਲੱਗਾ ਉਹਨੂੰ ਸਟਿਮੂਲੇਟ ਕਰਤਾ ਉਦੋਂ ਹੀ। ਤੇ ਹੁਣ ਉਹ ਇੰਨਾ ਪੈਸਾ ਇਕਾਨਮੀ 'ਚ ਪੈ ਰਿਹਾ, ਜੇ ਲੋਕਾਂ ਨੂੰ ਆਪਣੇ ਮਹੀਨੇ ਦੇ ਮਹੀਨੇ 3000 ਜਾਂ 4000 ਦਿੰਦੇ ਆ, ਵੇਖ ਨਾ ਤਾਂ ਉਹ ਵਕੇਸ਼ਨ ਤੇ ਜਾ ਸਕਦੇ ਆ, ਵਕੇਸ਼ਨ ਬੰਦ ਹੋਇਆ, ਟਰੈਵਲਿੰਗ ਬੰਦ ਹੋਈ ਆ, ਉਹ ਘਰੇ ਬੈਠੇ ਆ। ਸੋ ਉਹਨਾਂ ਨੂੰ ਲੱਗਦਾ ਵੀ ਅਸੀਂ ਕੁਛ ਕਰੀਏ। ਸੋ ਕੀ ਕਰਨ, ਉਹ ਜਾਂ ਘਰ ਲੈਣਗੇ ਜਾਂ ਗੱਡੀਆਂ ਲੈਣਗੇ। ਦੇਖੋ ਜਿੱਦਾਂ ਤੁਸੀਂ ਦੱਸਿਆ ਵੀ 30-40% ਤੁਸੀਂ ਡਾਊਨ ਹੋ ਹਲੇ ਵੀ ਸੇਲ ਵਾਈਜ਼। ਪ੍ਰਾਈਸਿਸ ਵਿੱਚ ਵੀ ਫਰਕ ਪਿਆ ਵਾ ਨਵੀਂ ਕਾਰ ਦੀ ਪ੍ਰਾਈਸਿਸ, ਜਿੱਦਾਂ ਪਹਿਲਾਂ ਕੋਵਿਡ ਤੋਂ ਪਹਿਲਾਂ ਪ੍ਰਾਈਸਿਸ ਦੇ ਵਿੱਚ ਤੇ ਹੁਣ ਪਹਿਲਾਂ ਡਿਸਕਾਊਂਟਸ ਹੁੰਦੇ ਸੀ, ਕਿ ਕੰਪਨੀਆਂ ਹਲੇ ਵੀ ਡਿਸਕਾਊਂਟਸ ਆਫਰ ਕਰ ਰਹੀਆਂ ਜਾਂ ਨਹੀਂ? ਹੁਣ ਅੱਗੇ ਨੂੰ ਡਿਸਕਾਊਂਟਸ ਤਾਂ ਹੈ ਨਹੀਂ ਗੇ, ਕਿਉਂਕਿ ਸਪਲਾਈ ਹੈ ਨਹੀਂ ਗੀ, ਸਪਲਾਈ ਐਂਡ ਡਿਮਾਂਡ ਹੁੰਦਾ ਸਾਰਾ ਕੁਝ। ਸੋ ਜਿਹੜੀ ਐਵਰੇਜ ਟ੍ਰਾਂਜੈਕਸ਼ਨ ਪਹਿਲਾਂ ਤੋਂ ਕੋਵਿਡ ਤੋਂ ਹੁੰਦੀ ਸੀਗੀ, ਆਈ ਥਿੰਕ 2 ਸਾਲ ਦੀ ਗੱਲ ਆ, $32-33,000 ਨਵੀਂ ਕਾਰ ਜਿਹੜੀ ਸੀ ਐਵਰੇਜ ਟ੍ਰਾਂਜੈਕਸ਼ਨ ਪ੍ਰਾਈਸ, ਜਿਹੜੀ ਹੁਣ ਆ $42,000 ਆ। ਮਤਲਬ ਤਕਰੀਬਨ 25% ਇਜ਼ਾਫਾ ਹੋ ਗਿਆ ਪ੍ਰਾਈਸ ਦੇ ਵਿੱਚ। 25% ਹੋ ਗਿਆ, ਕਿਉਂਕਿ ਇੱਕ ਤਾਂ SUV ਲੋਕੀ ਜ਼ਿਆਦਾ ਲੈਂਦੇ ਆ, ਦੂਜਾ ਹੁਣ ਜਿਹੜੇ ਆਪਣੇ ਮੈਨੂਫੈਕਚਰਸ ਆ ਉਹ ਰੀਬੇਟ ਉਦੋਂ ਕੱਢਦੇ ਆ ਜਦੋਂ ਤੁਹਾਡੀ ਪ੍ਰੋਡਕਟ ਅੜਿਆ ਹੋਵੇ, ਰਾਈਟ, ਜਦੋਂ ਉਹਨਾਂ ਨੂੰ ਫਿਰ ਡਿਸਕਾਊਂਟ ਕਰਨਾ ਪੈਂਦਾ। ਹੁਣ ਪ੍ਰੋਡਕਟ ਤਾਂ ਹੈ ਹੀ ਨਹੀਂਗਾ, ਸੋ ਡਿਸਕਾਊਂਟ ਕਰਨ ਦੀ ਲੋੜ ਨਹੀਂ। ਉਦੋਂ ਜਾ ਕੇ ਡੀਲਰ, ਕਿਉਂਕਿ ਜੋ ਪ੍ਰੋਡਕਟ ਹੈ ਨਹੀਂ, ਡੀਲਰਾਂ ਦੀ ਗੱਡੀਆਂ ਨਹੀਂ ਵਿਕਦੀਆਂ ਗਈਆਂ, ਉਨੀ ਵਾਲੀਅਮ ਨਹੀਂ ਹੁੰਦੀ ਗੀ। ਸੋ ਉਹਨਾਂ ਨੇ ਡੀਲਰਸ ਨੇ ਵਾਲੀਅਮ ਦਾ ਕਿਤੇ ਪੈਸੇ ਦਾ ਮੇਕਅਪ ਕਰਨੇ ਆ। ਫਿਰ ਹੁਣ ਡੀਲਰ ਮਾਰਕਅਪ ਵੀ ਕਰੀ ਜਾਂਦੇ ਆ, ਕੋਈ 3000 4000 ਤੁਸੀਂ ਗੱਡੀਆਂ ਸੁਣੀਆਂ ਨੇ, 20,000 80,000 ਲੱਖ ਡਾਲਰ ਵੀ ਗੱਡੀਆਂ ਸੁਣੀਆਂ ਮੈਂ, ਜਿਹੜੀਆਂ ਹਾਈ ਲਾਈਨ ਸਪੈਸ਼ਲਟੀ ਗੱਡੀਆਂ, ਇੰਨਾ ਮਾਰਕਅਪ ਵੀ ਹੈਗਾ। ਮਾਰਕਅਪ ਦਾ ਮਤਲਬ ਤੁਸੀਂ ਕਿਹਨੂੰ ਕਹਿੰਦੇ ਹੋ? ਮਾਰਕਅਪ ਅਸੀਂ ਕਹਿੰਦੇ ਜਿਹੜੀ MSRP ਹੁੰਦੀ ਆ, ਮੈਨੂਫੈਕਚਰ ਸਜੈਸਟਡ ਰੀਟੇਲ ਪ੍ਰਾਈਸ, ਜਿਹੜੀ ਆਉਂਦੀ ਹੈ ਆਪਣੀ ਮੈਨੂਫੈਕਚਰ ਤੋਂ, ਉਹਦੇ ਉੱਪਰ, ਕਿਉਂਕਿ ਵੀ ਉਹ ਡੀਲਰ ਕਹਿ ਰਿਹਾ ਵੀ ਆਹ ਗੱਡੀ ਦੇ ਵਿੱਚ ਲੈਣ ਵਾਲੇ 20 ਜਾਣੇ ਆ, ਗੱਡੀ ਇੱਕ ਆ, ਸੋ ਉਹਦੇ ਉੱਤੇ ਮਾਰਕਅਪ ਅਸੀਂ ਲੀਗਲੀ ਅਸੀਂ ਲੈ ਕੇ ਉੱਤੇ ਲਾ ਸਕਦੇ ਹਾਂ ਵੀ ਸਾਡਾ ਮਾਰਕਅਪ ਇੰਨਾ ਆ ਉੱਤੇ। ਕਿਉਂਕਿ ਜਦੋਂ ਤਾਂ ਜ਼ਿਆਦਾ ਸਪਲਾਈ ਸੀ ਉਹ ਤਾਂ ਸਾਨੂੰ ਮਾਰਕਅਪ ਕੀ ਸਾਨੂੰ ਉਦੋਂ ਵੀ ਘੱਟ ਕਰਕੇ ਵੇਚਣੀਆਂ ਪੈਂਦੀਆਂ ਸੀਗੀਆਂ। ਹੁਣ ਜਿਹੜੀਆਂ ਕਈ ਗੱਡੀਆਂ ਸਪੋਜ਼ ਕਰ ਕੋਈ ਜਿਵੇਂ ਲੈਂਬਰਗਿਨੀ ਹੋ ਗਈ, ਫਰਾਰੀ ਹੋ ਗਈ, ਜਾਂ ਕੋਈ ਨਵਾਂ ਪ੍ਰੋਡਕਟ ਆਉਂਦਾ, ਹੁਣ ਫੋਰਡ ਦਾ ਬ੍ਰਾਂਕੋ ਆਇਆ, ਕਈ ਥਾਈਂ $80,000 ਓਵਰ ਲੋਕੀ ਵੇਚੀ ਜਾਂਦੇ ਆ, ਕਿਉਂਕਿ ਹਲੇ ਪ੍ਰੋਡਕਟ ਮਾਰਕੀਟ ਹਿੱਟ ਨਹੀਂ ਕੀਤਾਗਾ। ਸੋ ਜਿਹੜੀਆਂ ਸਪੈਸ਼ਲਟੀ ਕਾਰਾਂ ਜ਼ਿਆਦਾ ਨਹੀਂ, ਥੋੜੀਆਂ ਉਹਨਾਂ ਦੀ ਤਾਂ ਇੰਨੀ ਜ਼ਿਆਦਾ ਮਾਰਕਅਪ ਹੈਗੀ। ਜਿਹੜੀ ਆਮ ਕਾਰ ਆ, ਜਿਵੇਂ ਟਰੱਕ ਹੋਏ, ਰੈਮ ਹੋਇਆ, ਸ਼ੈਵੀ ਦਾ ਟਰੱਕ ਹੋਇਆ, GM ਦਾ ਹੋਇਆ, ਉਹ ਆਮ $5,000 $6,000 ਨੋਰਮਲ ਆ। ਕਈ ਡੀਲਰ 10,000 ਵੀ ਲਾਈ ਜਾਂਦੇ ਆ। ਨਵਾਂ ਐਸਕਲੇਡ ਆ ਰਿਹਾ ਕੈਡਿਲੈਕ ਦਾ, ਸੁਣਦੇ ਹੋਣਗੇ ਸਾਰੇ ਲੋਕੀ, ਕੋਸ਼ਿਸ਼ ਕਰ ਰਹੇ ਵੀ ਲਈਏ ਅਸੀਂ। ਜਿੰਨਾ ਹੀ ਤੁਸੀਂ ਜ਼ਿਆਦਾ ਲੋਡਡ ਵਹੀਕਲ ਲੈਂਦੇ ਆ, ਵੀ ਜ਼ਿਆਦਾ ਫੀਚਰ ਹੋਣੇ ਆ, ਉਨਾ ਹੀ ਤੁਹਾਨੂੰ ਜ਼ਿਆਦਾ ਮੁਸ਼ਕਿਲ ਆਉਣੀ ਆ ਲੈਣ ਲਈ, ਕਿਉਂਕਿ ਉਹ ਜਿਹੜੇ ਜਿੰਨੇ ਜ਼ਿਆਦਾ ਚਿਪ ਪੈਂਦੇ ਆ, ਉਨਾ ਹੀ ਉਹਨਾਂ ਨੂੰ ਮਗਰੋਂ ਸਪਲਾਈ ਨਹੀਂ ਆ ਰਿਹਾਗਾ, ਉਨਾ ਹੀ ਜਿਹੜੇ ਉਹਨਾਂ ਦੇ ਪਾਰਟਸ ਵਾਲੇ ਆ ਉਹ ਨਹੀਂ ਦੇ ਰਹੇਗੇ। ਸੋ ਹੁਣ ਤੁਸੀਂ ਜਿਵੇਂ ਐਸਕਲੇਡ ਆ ਪਲੈਟੀਨਮ ਆਰਡਰ ਕਰਨ ਦੀ ਕੋਸ਼ਿਸ਼ ਕਰੋ, ਕੋਈ ਟਾਈਮ ਨਹੀਂ ਵੀ ਕਦੋਂ ਮਿਲਣਾ।
ਸਾਡੇ ਕੋਲ ਕਸਟਮਰ ਹੈਗੇ ਆ ਜਿਹੜੇ 8-8 ਮਹੀਨੇ 9-9 ਮਹੀਨੇ ਵੀ ਹੋ ਗਿਆ ਉਹਨਾਂ ਦੀ ਗੱਡੀ ਨਹੀਂ ਆਈ। ਹਾਂ ਜਿਹੜੇ ਬੇਸਿਕ ਮਾਡਲਸ ਆ ਵੀ ਉਹਨਾਂ 'ਚ ਇੰਨੇ ਨਹੀਂ ਰਿਕੁਆਇਰਮੈਂਟਸ ਹੈਗੇ ਉਹ ਤਾਂ ਹਜੇ ਥੋੜ੍ਹੇ ਤੁਰੇ ਆਉਂਦੇ ਆ, ਪਰ ਐਸਕਲੇਡ ਦਾ ਇੱਕ ਤਾਂ ਸਪਲਾਈ ਹੈ ਨਹੀਂ ਗੀ, ਚਿਪ ਹੈ ਨਹੀਂ ਗੀ, ਦੂਜੀ ਗੱਲ ਆ ਉਹ ਪ੍ਰੋਡਕਟ ਨਵਾਂ ਸ਼ੇਪ ਆਇਆ, ਨਵਾਂ ਮਾਡਲ ਆਇਆ ਤਾਂ ਡਿਮਾਂਡ ਉਹਦੀ ਉਦੋਂ ਵੀ ਜ਼ਿਆਦਾ ਆ। ਸੋ ਕਈ ਡੀਲਰ ਵੀ ਸਾਥੋਂ ਮੰਗਦੇ ਆ ਵੀ 10,000 ਓਵਰ ਲੈ ਲਓ ਕਿਉਂਕਿ ਕਸਟਮਰ 20,000 ਓਵਰ ਦੇ ਹੀ ਆ। ਅੱਛਾ, ਡੀਲਰ ਵੀ ਤੁਹਾਡੇ ਕੋਲ? ਹਾਂਜੀ, ਡੀਲਰ ਜਿਹੜੇ ਹਾਈ ਵਾਲੀਅਮ ਡੀਲਰ ਆ ਤੇ ਉਹਨਾਂ ਦੇ ਸਿਸਟਮ ਜਿਹੜਾ ਉਹਨਾਂ ਬਿਜ਼ਨਸ ਮਾਡਲ ਹੀ ਬਣਾਇਆ ਉਸ ਹਿਸਾਬ ਨਾਲ ਵੀ ਹਾਈ ਵਾਲੀਅਮ, ਰਾਈਟ। ਉਹ ਕਹੀ ਜਾਂਦੇ ਆ ਵੀ ਜਿੱਥੇ ਹੁਣ ਸਪੋਜ਼ ਕਰੋ ਜਿਹੜੇ ਜ਼ਿਆਦਾ ਏਰੀਆ ਜਿੱਥੇ ਜ਼ਿਆਦਾ ਪੈਸਾ ਆ, ਸਿਲਿਕਨ ਵੈਲੀ ਹੋਈ ਜਾਂ ਲਾਸ ਐਂਜਲਸ ਹੋਇਆ, ਉੱਥੇ ਜ਼ਿਆਦਾ ਐਸਕਲੇਟਰ ਵਿਖਣੇ, ਰਾਈਟ। ਉਹ ਜਿਹੜੇ ਛੋਟੇ ਡੀਲਰ ਵੀ ਉਹਨਾਂ ਨੂੰ ਕਹੀ ਜਾਂਦੇ ਵੀ ਸਾਨੂੰ ਤੁਸੀਂ ਦੇ ਦਿਓ, ਅਸੀਂ ਤੁਹਾਨੂੰ 10,000 ਦੇ ਦਿੰਦੇ ਹਾਂ ਕਿਉਂਕਿ ਸਾਡੇ ਕੋਲ ਕਸਟਮਰ ਹੈਗੇ 20,000 ਦੇਣ ਨੂੰ ਤਿਆਰ ਓਵਰ। ਸੋ ਇੰਨੀ ਜ਼ਿਆਦਾ ਡਿਮਾਂਡ ਹੋਈ ਹੈ। ਔਰ ਜੇ ਆਪਾਂ ਇਹ ਤਾਂ ਹੋ ਗਈ ਨਵੀਆਂ ਗੱਡੀਆਂ ਦੀ ਗੱਲ, ਵੀ ਨਵੀਆਂ ਗੱਡੀਆਂ ਦੀ ਘੱਟ ਆ ਰਹੀਆਂ, ਪਿੱਛੋਂ ਹੀ ਸਟਾਕ 'ਚ ਹੀ ਘੱਟ ਆ ਰਹੀਆਂ, ਤੇ ਜਿੰਨੀਆਂ ਆ ਰਹੀਆਂ ਡਿਮਾਂਡ ਹੈਗੀ ਆ ਨਿਕਲ ਜਾਂਦੀ। ਪੁਰਾਣੀ ਗੱਡੀ ਵਾਸਤੇ ਜਿੱਦਾਂ ਯੂਜ਼ਡ ਕਾਰ ਦੀ ਆਪਾਂ ਜੇ ਗੱਲ ਕਰੀਏ ਤੇ ਇਸ ਵਾਰ ਬਹੁਤ ਚਰਚਾ ਬਣੀ ਹੋਈ ਆ ਕਿ ਯੂਜ਼ਡ ਕਾਰ ਦੀਆਂ ਪ੍ਰਾਈਸਾਂ ਜਿਹੜੀਆਂ ਵਾ ਉਹ ਓਵਰ ਜੰਪ ਕਰ ਗਈਆਂ। ਹਾਂਜੀ, ਹੁਣ ਅਸੀਂ ਤਾਂ ਜਦੋਂ ਕਸਟਮਰ ਕਹੀ ਆਉਂਦੇ ਆ ਵੀ ਯਾਰ ਇੰਨੀਆਂ ਮਹਿੰਗੀਆਂ ਗੱਡੀਆਂ, ਪਰ ਅਸੀਂ ਉਹਨਾਂ ਨੂੰ ਇਹ ਵੀ ਸਮਝਾਉਂਦੇ ਵੀ ਜਿਹੜੇ ਤੁਹਾਡੀਆਂ ਟ੍ਰੇਡ-ਇਨ ਆ ਉਹਦੇ ਵੀ ਪ੍ਰਾਈਸ ਅਸੀਂ ਦੇ ਸਕਦੇ ਹਾਂ। ਹੁਣ ਕਈ ਬੰਦੇ ਆ ਮੈਨੂੰ ਉਹਨਾਂ ਦਾ ਫੋਨ ਆਇਆ, ਕਹਿੰਦੇ ਯਾਰ ਅਸੀਂ ਉਦੋਂ ਟਰੱਕ ਲਿਆ ਸੀਗਾ, ਜਿੰਨਾ ਦਾ ਅਸੀਂ ਲਿਆ ਸੀ ਉਹਨਾਂ ਦਾ ਹੀ ਤੁਹਾਨੂੰ ਤੁਸੀਂ ਵਾਪਸ ਲੈ ਲਿਆ ਫਿਰ ਨਵਾਂ ਟਰੱਕ। ਸੋ ਉਹ ਪ੍ਰਾਈਸਾਂ ਜੰਪ ਹੋਈਆਂ, ਉਹਦੇ ਦੋ ਕਾਰਨ ਆ। ਇੱਕ ਤਾਂ ਆਪਣਾ ਹੈਗਾ ਵੀ ਸਪਲਾਈ ਚੇਨ ਬ੍ਰੋਕਨ ਹੋਈ ਆ, ਦੂਜੀ ਗੱਲ ਇਹ ਆ ਵੀ ਜਿਹੜਾ ਮੈਨੂਫੈਕਚਰ ਆ ਉਹ ਗੱਡੀਆਂ ਜ਼ਿਆਦਾ ਵੇਚਦੇ ਸੀ ਰੈਂਟਲ ਕੰਪਨੀ ਨੂੰ। ਰੈਂਟਲ ਕੰਪਨੀਆਂ ਦੇ ਵਿੱਚ ਉਹਨਾਂ ਦੀ ਮਾਰਜਨ ਹੈ ਨਹੀਂ, ਬਹੁਤ ਘੱਟ ਆ, ਉਹ ਵਾਲੀਅਮ ਕ੍ਰੀਏਟ ਕਰਦੇ ਆ, ਹੈ ਨਾ, ਵੀ ਵਾਲੀਅਮ ਸਾਨੂੰ ਹੋ ਜੇ। ਜਦੋਂ ਉਹਨਾਂ ਦੇ ਡੀਲਰਾਂ ਨੂੰ ਗੱਡੀਆਂ ਨਹੀਂ ਮਿਲ ਰਹੀਆਂ ਗਈਆਂ, ਉਹਨਾਂ ਨੇ ਰੈਂਟਲ ਕਾਰਾਂ ਨੂੰ ਗੱਡੀਆਂ ਦੇਣੀਆਂ ਬੰਦ ਕਰਤੀਆਂ। ਉਹ ਕਹਿੰਦੇ ਵੀ ਅਸੀਂ ਤਾਂ ਡੀਲਰ ਨੂੰ ਸਪਲਾਈ ਕਰੀਏ ਕਿ ਸਾਡੇ ਕੋਲ ਜ਼ਿਆਦਾ ਪੈਸੇ ਬਣ ਜਾਂਦੇ ਉਹਨੂੰ, ਤੇ ਰੈਂਟਲ ਕਾਰ ਅੱਗੇ ਸਾਲ 2 ਸਾਲ ਕਾਰ ਰੈਂਟ ਕਰਕੇ ਉਹ ਪਾ ਦਿੰਦੇ ਸੀਗੇ ਆਪਣੇ ਯੂਜ਼ ਕਾਰ ਮਾਰਕੀਟ 'ਚ, ਰਾਈਟ। ਬਿਲਕੁਲ। ਹੁਣ ਉਹ ਜਦੋਂ ਉਹਨਾਂ ਕੋਲ ਗੱਡੀਆਂ ਹੈ ਨਹੀਂ ਗਈਆਂ, ਉਹਨਾਂ ਨੇ ਵੀ ਬੰਦ ਕਰਤੀਆਂ ਪਾਉਣੀਆਂ ਯੂਜ਼ ਕਾਰ ਮਾਰਕੀਟ। ਸੋ ਸਾਰੀ ਸਪਲਾਈ ਚੋਕ ਹੋ ਗਈ, ਰਾਈਟ। ਜੋ ਸਪਲਾਈ ਚੋਕ ਹੋ ਗਈ ਤੇ ਪ੍ਰਾਈਸਾਂ ਤਾਂ ਆਪੇ ਵਧਣੀਆਂ। ਲੋਕੀ ਗੱਡੀਆਂ ਤਾਂ ਹੁਣ ਆਮ USA ਦੇ ਵਿੱਚ ਆਮ ਸਾਲ ਦੇ ਵਿੱਚ ਸਾਰੀਆਂ ਗੱਡੀਆਂ 40 ਮਿਲੀਅਨ ਵਿਕਦੀਆਂ ਹੋਣਗੀਆਂ, ਯੂਜ਼ ਨਵੀਆਂ ਸਾਰੀਆਂ। ਸੋ ਹੁਣ ਯੂਜ਼ ਤੱਕ ਜ਼ਿਆਦਾ ਵਿਕਦੀਆਂ, ਰਾਈਟ। ਜਿੰਨੀਆਂ ਸਸਤੀ ਕਾਰ ਆ ਉਹਨੇ ਜ਼ਿਆਦਾ ਲੋਕੀ ਅਫੋਰਡ ਕਰਦੇ ਆ। ਸੋ ਉਹ ਜਿਹੜੀ ਐਵਰੇਜ ਟ੍ਰਾਂਜੈਕਸ਼ਨ ਪ੍ਰਾਈਸ ਆ ਹੁਣ ਯੂਜ਼ ਕਾਰ ਦੀ 21 ਦੇ ਵਿੱਚ ਪਹਿਲੇ ਕੁਆਟਰ ਦੇ ਵਿੱਚ 21% ਵਧੀ ਆ। 23 ਦੇ $24,000 ਦੇ ਨੇੜ ਆ ਐਵਰੇਜ ਟ੍ਰਾਂਜੈਕਸ਼ਨ ਪ੍ਰਾਈਸ ਯੂਜ਼ ਕਾਰ ਪੁਰਾਣੀ ਗੱਡੀ ਦੀ। ਹਾਂਜੀ, ਐਵਰੇਜ। ਹਾਂਜੀ। ਤੇ ਪਹਿਲਾਂ ਜਿਹੜੀ ਸੀਗੀ ਉਹ ਕਿੰਨੀ ਸੀਗੀ? ਪਹਿਲਾਂ ਜਦੋਂ ਆਮ ਤੁਹਾਡੀਆਂ ਗੱਡੀਆਂ ਜਿਵੇਂ ਉਹਨਾਂ ਦੀ ਬੁੱਕ ਹੁੰਦੀ ਆ, ਆਈ ਥਿੰਕ 6-7 ਹਜ਼ਾਰ ਦਾ ਫਰਕ ਆ ਕਈ ਗੱਡੀਆਂ ਦਾ, ਕਈਆਂ ਦਾ ਜ਼ਿਆਦਾ ਵੀ ਆ। ਸੋ ਡਿਪੈਂਡ ਵੀ ਜਿਹੜੀ ਜਿਵੇਂ ਟਰੱਕਾਂ ਦੀ ਜ਼ਿਆਦਾ ਡਿਮਾਂਡ ਆ, ਉਹਨਾਂ ਦੇ ਜਿਹੜੇ ਅਸੀਂ ਆਮ ਕਾਰ ਜੇ ਅਸੀਂ 20,000 ਦੀ ਖਰੀਦੇ ਸੀ ਉਦੋਂ, ਹੁਣ ਉਹ 25-26 ਦੀ ਹੋ ਗਈ। ਨਹੀਂ, ਯੂਜ਼ ਕਾਰਾਂ ਮੈਂ ਤੁਹਾਡੀ ਗੱਲ ਫੋਲੋ ਕਰ ਗਿਆ ਵੀ 25% ਜਿਹੜੀ ਇਹਦਾ ਐਵਰੇਜ ਪ੍ਰਾਈਸ ਵੱਧ ਗਈ ਯੂਜ਼ ਕਾਰ ਦੀ। ਲੇਕਿਨ ਇਹ ਪ੍ਰਾਈਸਿਸ ਕਿਉਂ ਵਧੀਆਂ ਨੇ? ਕਿ ਡਿਮਾਂਡ ਜ਼ਿਆਦਾ ਹੋ ਗਈ ਯੂਜ਼ ਕਾਰ ਦੀ, ਜਾਂ ਨਵੀਂ ਕਾਰ ਨਹੀਂ ਆ ਰਹੀ, ਲੋਕਾਂ ਕੋਲ ਪੈਸਾ ਹੈਗਾ, ਉਹਨੇ ਕਾਰ ਲੈਣੀ ਆ ਤੇ ਫਿਰ ਯੂਜ਼ ਲੈ ਲੈਂਦਾ? ਨਹੀਂ, ਦੇਖੋ ਨਾ ਤੁਸੀਂ, ਜਿਹੜੀਆਂ ਨਵੀਆਂ ਗੱਡੀਆਂ ਉਹੀ ਗਾ ਕੇ ਯੂਜ਼ਡ ਹੋਣੀਆਂ, ਰਾਈਟ। ਨਵੀਆਂ ਗੱਡੀਆਂ ਯੂਜ਼ਡ ਹੋਣਗੀਆਂ ਤੇ ਫੇਰ ਹੀ ਜਾ ਕੇ ਗਾਂ ਲੋਕੀ ਟ੍ਰੇਡ ਕਰਨਗੇ। ਨਵੀਆਂ ਗੱਡੀਆਂ ਮਿਲ ਰਹੀਆਂ ਗਈਆਂ। ਬਹੁਤ ਜ਼ਿਆਦਾ ਸਪਲਾਈ ਜਿਹੜੀ ਮਾਰਕੀਟ ਨੂੰ ਸਪਲਾਈ ਮਿਲਦੀ ਆ ਉਹ ਰੈਂਟਲ ਕਾਰ ਬਿਜ਼ਨਸ ਤੋਂ ਮਿਲਦੀ ਆ। ਹੁਣ ਕਿੰਨੇ ਰੈਂਟਲ ਕਾਰ ਵਾਲੇ ਆ, ਹਜ਼ਾਰੀ ਮਿਲੀਅਨਸ ਆਫ ਕਾਰਾਂ ਉਹ ਨਾ ਜਦੋਂ ਸਾਲ ਹੋ ਜਾਂਦਾ ਉਹ ਮਾਰਕੀਟ ਵਿੱਚ ਵੇਚ ਦਿੰਦੇ ਆ ਜਾ ਕੇ ਆਕਸ਼ਨਾਂ ਤੇ। ਜਦੋਂ ਆਕਸ਼ਨਾਂ ਦੇ ਡੀਲਰ ਲੈਂਦੇ ਆ, ਡੀਲਰ ਜਾ ਕੇ ਕਸਟਮਰ ਨੂੰ ਰੀਟੇਲ ਕਰਦੇ ਆ। ਹੁਣ ਜਿਹੜੀਆਂ ਉਹ ਗੱਡੀਆਂ ਉਹਨਾਂ ਕੋਲ ਤਾਂ ਆਪ ਹੈ ਨਹੀਂ ਗੀਆਂ ਕਿਉਂਕਿ ਸਪਲਾਇਰ ਨੇ, ਮੈਨੂਫੈਕਚਰ ਨੇ ਕਹਿ ਰਿਹਾ ਵੀ ਅਸੀਂ ਤੁਹਾਨੂੰ ਗੱਡੀਆਂ ਨਹੀਂ ਸਪਲਾਈ ਕਰ ਸਕਦੇ। ਸੋ ਰੈਂਟਲ ਕਾਰ ਵਾਲੇ ਨੇ ਬੰਦ ਕਰਤੀਆਂ, ਉਹ ਤਾਂ ਉਹਨਾਂ ਕੋਲ ਆਪ ਹੈ ਨਹੀਂ ਗੀਆਂ ਥੋੜੀਆਂ। ਕਿਉਂਕਿ ਰੈਂਟਲ ਕਾਰ ਦਾ ਹੁਣ ਇਹ ਵੀ ਦੇਖਣ ਚ ਆਇਆ ਕਿ ਰੈਂਟਲ ਕਾਰ ਦਾ ਜਿਹੜਾ ਪਰ ਡੇ ਦਾ ਰੈਂਟ ਸੀਗਾ ਉਹ ਵੀ ਬਹੁਤ ਸੇਮ ਥਿੰਗ, ਕਿਉਂਕਿ ਨਵੀਆਂ ਗੱਡੀਆਂ ਮਗਰੋਂ ਆ ਰਹੀਆਂ। ਉਸ ਪਹਿਲਾਂ ਸਾਰਾ ਚੇਨ ਸੀ ਬਣੀ, ਰਾਈਟ। ਗੱਡੀਆਂ ਆਈ ਜਾਂਦੀਆਂ ਸੀ, ਉਹ 1 ਸਾਲ 2 ਸਾਲ ਪੁਰਾਣੀਆਂ ਕਰਕੇ ਗਾਂ ਕੱਢੀ ਜਾਂਦੇ ਸੀ, ਗਾਂ ਉਤੋਂ ਆਕਸ਼ਨ ਤੋਂ ਡੀਲਰ ਖਰੀਦ ਜਾਂਦੇ ਸੀਗੇ। ਜਦੋਂ ਸਪਲਾਈ ਚੇਨ ਸਾਰੀ ਬੰਦ ਹੋ ਗਈ ਆ, ਸਾਰਾ ਕੁਝ ਹੀ ਬੰਦ ਹੋ ਗਿਆ, ਉਹਨਾਂ ਨੂੰ ਨਵੀਆਂ ਕਾਰਾਂ ਮਿਲਣੋਂ ਹਟ ਗਈਆਂ। ਸੋ ਕਹਿੰਦੇ ਵੀ ਨਵੀਆਂ ਤਾਂ ਮਿਲ ਜਾਂਦੀ ਸਾਨੂੰ, ਜਿਹੜੀਆਂ ਅਸੀਂ ਉਹੀ ਰੱਖੀ ਜਾਂਦੇ ਆ। ਤੇ ਆਪਣੇ ਮਾਰਕੀਟ ਤੱਕ ਡਿਮਾਂਡ ਤਾਂ ਉਨੀ ਹੀ ਆ। ਲੋਕੀ ਜਿਹੜੇ ਹੁਣ ਏਅਰ ਟਰੈਵਲ ਦਾ ਘਟਿਆ ਆ, ਪਰ ਲੋਕੀ ਕਹਿੰਦੇ ਡਰਾਈਵ ਜ਼ਿਆਦਾ ਕਰੋ, ਰੈਂਟਲ ਕਾਰ ਕਰਦੀਆਂ। ਸੋ ਕਈ ਥਾਈਂ ਅਸੀਂ ਸਾਡੇ ਹਵਾਈ ਸਟੋਰ ਦੇ ਵਿੱਚ ਕਸਟਮਰ ਨੇ ਐਂ ਵੀ ਕੀਤਾ, ਉਹਨਾਂ ਨੇ ਜਾ ਕੇ ਨਵੀਂ ਗੱਡੀ ਸਾਤੋਂ ਖਰੀਦ ਕੇ ਫਿਰ ਜਾਂ ਰੈਂਟ ਕਰਦੀ ਆਪਣੇ ਆਮ ਜਨਤਾ ਨੂੰ $700-800 ਪਰ ਡੇ, ਜਿਵੇਂ ਵੱਡੀਆਂ ਪਰ ਡੇ। ਕਿਉਂਕਿ ਤੁਸੀਂ ਹਵਾਈ ਜਾਂਦੇ ਆ, ਉੱਥੇ ਤਾਂ ਗੱਡੀਆਂ ਜਿਵੇਂ ਹੀ ਨਹੀਂ ਮਿਲਦੀਆਂ ਗਈਆਂ, ਕਈ $1,000 ਵੀ ਲੈ ਜਾਂਦੇ ਆ ਦਿਹਾੜੀ ਦਾ। ਇੰਨਾ ਜ਼ਿਆਦਾ ਹੋਇਆ ਹੋਇਆ ਸੈਟਬੈਕ। ਸੋ ਇਹ ਜਿਹੜੀ ਸਾਰੀ ਚੇਨ, ਸਪਲਾਈ ਚੇਨ ਆ, ਇਹਨੂੰ ਟਾਈਮ ਲੱਗਣਾ ਕੈਚ ਕਰਨ ਨੂੰ। ਆਈ ਥਿੰਕ ਹਜੇ ਵੀ 5-6-7 ਮਹੀਨੇ ਮਿਡਲ ਆਫ ਨੈਕਸਟ ਈਅਰ ਜਾ ਕੇ ਸ਼ਾਇਦ ਜਾ ਕੇ ਲੈਵਲ ਹੋਵੇ। ਇੱਕ ਵੇਲਾ ਹੋਰ ਹੋ ਗਿਆ ਜੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ।
ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਜਗਰੂਪ ਜੀ ਸਾਡੇ ਨਾਲ ਜੁੜੇ ਹੋਏ ਨੇ। ਜਗਰੂਪ ਜੀ, ਆਪਾਂ ਗੱਲ ਕਰ ਲਈ ਆ ਵੀ ਨਵੀਂ ਗੱਡੀ ਤਾਂ ਇਹ ਪ੍ਰੋਬਲਮ ਆ ਰਹੀ ਹੈ ਵੀ ਜਿਹੜੀ ਕੰਪਿਊਟਰ ਚਿਪ ਜਿਹੜੀਆਂ ਉਹਦੀ ਸ਼ਾਰਟੇਜ ਆ, ਉਹਦੇ ਕਰਕੇ ਗੱਡੀਆਂ ਦੀ ਪ੍ਰੋਡਕਸ਼ਨ ਘੱਟ ਹੋ ਰਹੀ ਹੈ। ਦੂਸਰੀ ਗੱਲ, EMPLOYMENT ਵੀ ਹਲੇ ਸ਼ਾਰਟੇਜ ਆ ਕਿਉਂਕਿ EMPLOYEE ਉਹਨਾਂ ਆ ਨਹੀਂ ਰਿਹਾ ਕਿਉਂਕਿ ਉਹਨਾਂ ਨੂੰ ਬਾਹਰੋਂ ਹੀ ਸਟਿਮੂਲਸ ਜਾਂ ਅਨਐਮਪਲੋਇਮੈਂਟ ਇੰਨੀ ਮਿਲ ਰਹੀ ਹੈ। ਪੁਰਾਣੀਆਂ ਗੱਡੀਆਂ ਦੀ ਵੀ ਕੀਮਤਾਂ ਅਸਮਾਨ ਨੂੰ ਇਸ ਵੇਲੇ ਛੂਹ ਰਹੀਆਂ ਨੇ, ਮਤਲਬ ਬਹੁਤ ਪ੍ਰਾਈਸ ਹਾਈ ਚਲੇ ਗਈਆਂ। ਲੇਕਿਨ ਇਹ ਸਿਨੈਰੀਓ ਕਿਦੋਂ ਤੱਕ ਚੱਲਦਾ ਰਹੇਗਾ? ਇਹ ਕਿਉਂਕਿ ਹੁਣ ਤਾਂ ਦੇਖੋ ਕੋਵਿਡ ਜੇ ਆਪਾਂ ਕਹੀਏ ਵੀ ਪਾਸ ਹੋ ਗਿਆ, ਉਹ ਵੀ ਨਹੀਂ ਹੈ ਕਿਉਂਕਿ ਹੁਣ ਇਸ ਵੇਲੇ ਫਿਰ ਦੁਬਾਰਾ ਤੋਂ ਸ਼ੁਰੂ ਹੋ ਰਿਹਾ। ਕੀ ਤੁਹਾਨੂੰ ਕੀ ਲੱਗਦਾ ਐਜ਼ ਏ ਡੀਲਰ, ਤੁਸੀਂ ਕਿਸ ਤਰ੍ਹਾਂ ਇਹਨੂੰ ਦੇਖਦੇ ਇਸ ਸਿਚੁਏਸ਼ਨ ਨੂੰ? ਸੋ ਐਰਕੀ US ਨੇ ਬਹੁਤ ਵਧੀਆ ਗੱਲ ਸਿੱਖੀ ਪਿਛਲੇ ਕ੍ਰੈਸ਼ ਤੋਂ, ਜਦੋਂ ਸਾਰੀ ਦੁਨੀਆ 'ਚ ਕ੍ਰੈਸ਼ ਹੋਇਆ ਆਪਣੇ 2008 ਦੇ 9 ਦੇ ਵਿੱਚ। ਜਦੋਂ ਥੋੜਾ ਪੈਸੇ ਦਾ ਸਰਕੂਲੇਸ਼ਨ ਬੰਦ ਹੋ ਜੇ ਤੇ ਸਾਰੀ ਦੁਨੀਆ ਹੀ ਖੜ ਜਾਂਦੀ ਹੈ, ਰਾਈਟ। ਐਰਕੀ ਉਹਨਾਂ ਨੇ ਫਿਗਰ ਆਊਟ ਕਰ ਲਿਆ ਵੀ ਇਹ ਕੰਮ ਨਹੀਂ ਹੋਣ ਦੇਣਾਗਾ। $4 ਟ੍ਰਿਲੀਅਨ ਮਾਰਕੀਟ 'ਚ ਪਾਇਆ ਉਹਨਾਂ ਨੇ, ਰਾਈਟ। ਸੋ ਜਦੋਂ ਪਾਇਆ ਉਹ ਸਾਰੀ ਇਕਾਨਮੀ ਫਿਰ ਉਹਨੂੰ ਇੰਨਾ ਬੂਸਟ ਮਿਲਿਆ, ਰਾਈਟ। ਹੁਣ ਘਰਾਂ ਦੀ ਦੇਖ ਲਓ ਪ੍ਰਾਈਸਿਸ ਕਿੰਨੀ ਵਧੀਆ। ਸੋ ਉਹਦੇ ਕਾਰਨ ਕੀ ਆ, ਇੱਕ ਤਾਂ ਲੋਕਾਂ ਕੋਲੇ ਆਪਣੇ ਐਕਸੈਸ ਪੈਸਾ ਹੈਗਾ। ਦੂਜਾ ਨੰਬਰ ਜਿਹੜੇ ਇੰਟਰਸਟ ਰੇਟ ਆ, ਮੈਨੂੰ ਨਹੀਂ ਲੱਗਦਾ ਵੀ ਆਪਣੀ ਜ਼ਿੰਦਗੀ ਵਿੱਚ ਆਪਾਂ ਆਲਮੋਸਟ ਨੈਗੇਟਿਵ ਰੇਟਸ ਹੋ ਗਿਆ। ਇੱਕ ਤਾਂ ਹੁੰਦਾ ਪ੍ਰਾਈਮ ਰੇਟ, ਜਿਹੜਾ ਆਪਾਂ ਪ੍ਰਾਈਮ ਰੇਟ ਤੋਂ ਬਾਰੋ ਕਰਦੇ ਆ। ਇੱਕ ਹੁੰਦਾ ਇਹਨਾਂ ਦਾ ਲੰਡਨ ਦਾ ਲਾਈਬੋਰ ਰੇਟ, ਉਹ ਤਾਂ ਜਿਹੜੇ ਬੈਂਕਾਂ ਤੋਂ ਬੈਂਕਾਂ ਬਾਰੋ ਕਰਦੀਆਂ। ਇਸ ਟਾਈਮ ਤੇ ਉਹ 0.10 ਤੇ ਆਇਆ ਪਿਆ। 0.10 ਕੀ ਜ਼ੀਰੋ ਹੀ ਹੋ ਗਿਆ, ਕੋਈ ਕੁਛ ਨਹੀਂ ਗਾ। ਸੋ ਪੈਸਾ ਹੁਣ ਜਿਹੜਾ ਇੰਨਾ ਸਸਤਾ ਮਿਲ ਰਿਹਾ, ਪੈਸਾ ਜਿਹੜਾ ਵਿਖ ਰਿਹਾ ਉਹ ਇੰਨਾ ਸਸਤਾ ਮਿਲ ਰਿਹਾ ਕਿਉਂਕਿ ਜੇ ਤੁਸੀਂ ਘਰ ਮਹਿੰਗਾ ਵੀ ਲੈਂਦੇ ਆ ਜਾਂ ਕਾਰ ਮਹਿੰਗੀ ਵੀ ਲੈਂਦੇ ਆ, ਉਹਦੀ ਪੇਮੈਂਟ ਥੋੜੀ ਉਨੀ ਬਣਦੀ ਆ। ਸੋ ਸਾਰਿਆਂ ਨਾਲੋਂ ਵੱਡੀ ਟਿਕਟ ਆਈਟਮ ਜਿਹੜੀ US ਦੇ ਵਿੱਚ ਲੈਂਦੇ ਆ, ਸਾਰੀ ਦੁਨੀਆ 'ਚ ਲੈਂਦੇ ਆ, ਘਰ, ਰਾਈਟ। ਸਾਰੀ ਮਹਿੰਗੀ ਚੀਜ਼। ਨੰਬਰ 2 ਤੇ ਚੀਜ਼ ਕੀ ਹੈ? ਕਾਰ, ਰਾਈਟ। ਹੁਣ ਜਿੰਨਾ ਚਿਰ ਇਹ ਪੈਸਾ ਚੱਲ ਰਿਹਾ, ਮਾਰਕੀਟ 'ਚ ਆ ਰਿਹਾ, ਤੇ ਸਾਰਿਆਂ ਨਾਲੋਂ ਜ਼ਰੂਰੀ ਗੱਲ ਇਹ ਆ ਵੀ ਜਿਹੜਾ ਇੰਟਰਸਟ ਰੇਟ ਆ ਉਹਨੂੰ ਕੀ ਕਰਦੇ ਆ, ਰਾਈਟ। ਜੇ ਤਾਂ ਇਕਾਨਮੀ ਬਾਹਲੀ ਹੀਟ ਅਪ ਹੋ ਗਈ ਵੀ ਉਹ ਸਲੋ ਡਾਊਨ ਕਰਨੀ ਮੰਗਦੇ ਆ, ਫਿਰ ਤਾਂ ਥੋੜਾ ਵਧਾਉਣਗੇ, ਪਰ ਇੱਕੋ ਦਮ ਨਹੀਂ ਵਧਾਉਣਗੇ। ਮੇਰਾ ਖਿਆਲ ਹੈਗਾ ਵੀ ਹਜੇ 5-6 ਮਹੀਨੇ ਇੰਟਰਸਟ ਰੇਟ ਨੂੰ ਉਹ ਹੱਥ ਨਹੀਂ ਲਾਉਂਦੇਗੇ। ਜੇ ਉਹਨਾਂ ਨੂੰ ਲੱਗਾ ਵੀ ਇਨਫਲੇਸ਼ਨ ਜ਼ਿਆਦਾ ਹੋ ਰਹੀ ਆ, ਵੀ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ, ਫਿਰ ਜਾ ਕੇ ਹੌਲੀ ਹੌਲੀ ਉਹਨੂੰ ਕਰਨਗੇ। ਕਿਉਂਕਿ ਐਂ ਤੁਸੀਂ ਸੋਚੋ, ਵੱਡੀ ਸ਼ਿਪ ਆ ਇਹ, ਜਦੋਂ ਕਿਰਾਂ ਤੁਰ ਪਈ ਇਹਨੂੰ ਖੜਾਉਣ ਨੂੰ ਹੌਲੀ ਹੌਲੀ ਖੜਾਉਣੀ ਪੈਣੀ। ਇੱਕੋ ਦਮ ਤੁਸੀਂ ਬ੍ਰੇਕ ਨਹੀਂ ਮਾਰ ਸਕਦੇ ਕਿਉਂਕਿ ਪਲਟ ਵੀ ਸਕਦੀ ਆ। ਬਿਲਕੁਲ ਸਾਰੀ ਦੁਨੀਆ ਦੀ ਇਕਾਨਮੀ ਵੀ ਇਵੇਂ ਆ। ਸੋ ਹੌਲੀ ਹੌਲੀ ਜਾ ਕੇ ਜਦੋਂ ਇੰਟਰਸਟ ਰੇਟ ਹੌਲੀ ਹੌਲੀ 0.25% ਤੇ 10 ਬੇਸਿਸ ਪੁਆਇੰਟ ਜਾਂ 20 ਬੇਸਿਸ ਪੁਆਇੰਟ ਵਧਾਉਣਗੇ, ਫਿਰ ਜਾ ਕੇ ਹੌਲੀ ਹੌਲੀ ਇਕਾਨਮੀ ਨੂੰ ਕਰਨਗੇ। ਸੋ ਆਈ ਥਿੰਕ ਥੋੜਾ ਦੂਜਾ ਕੁਐਸਚਨ ਹੈ ਵੀ ਕੋਵਿਡ ਦਾ ਕੋਈ ਪਤਾ ਨਹੀਂ ਕਿਉਂ ਦੂਜਾ ਵੈਰੀਐਂਟ ਸ਼ੁਰੂ ਹੋ ਗਿਆ, ਰਾਈਟ। ਆਪਣਾ ਆਹ ਡੈਲਟਾ ਵੈਰੀਐਂਟ, ਹੋਰ ਦੁਨੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਕੇਸ ਵੱਧ ਰਹੇ ਆ। ਆਈ ਥਿੰਕ ਇਕਾਨਮੀ ਬੰਦ ਨਹੀਂ ਹੋ ਸਕਦੀ ਕਿਉਂਕਿ ਆਲਰੇਡੀ ਅਸੀਂ ਸਿੱਖ ਗਏ ਆ ਵੀ ਤੁਸੀਂ ਕਢਾ ਨਹੀਂ ਸਕਦੇ ਕਿਸ ਚੀਜ਼ ਨੂੰ, ਤੇ ਉਹ ਕਢਾਓ। ਜੇ ਤੁਸੀਂ ਕਢਾਉਣੇ ਆ ਜ਼ਿਆਦਾ ਨੁਕਸਾਨ ਆ। ਸੋ ਇਹਨੂੰ ਮੈਨੇਜ ਕਰਨਾ ਪੈਣਾ ਕਿ ਉਹ ਡਿਫਰੈਂਟ ਵੇਜ਼ ਮੈਨੇਜ ਕਰਨਾ ਪੈਣਾ ਕਿਉਂਕਿ ਹੁਣ ਸਕੂਲ ਵੀ ਖੁੱਲ੍ਹ ਗਏ ਆ, ਆਪਣੇ 3rd ਸ਼ਾਟ ਆ ਰਹੇ ਆ। ਸੋ ਹੌਲੀ ਹੌਲੀ ਆਈ ਥਿੰਕ ਇਹ ਜਿਹੜੀ ਪ੍ਰੋਬਲਮ ਆ ਆਪਾਂ ਨੂੰ ਡੀਲ ਕਰਨੀ ਪੈਣੀ ਆ। ਇਹਦੇ ਨਾਲ ਹੀ ਜੀਣਾ ਪੈਣਾ। ਕੋਵਿਡ ਕਿਤੇ ਗਿਆ ਨਹੀਂ ਗਾ, ਕੋਵਿਡ ਇੱਥੇ ਹੀ ਆ, ਪਰ ਹੁਣ ਆਪਾਂ ਨੂੰ ਉਹਦੇ ਨਾਲ ਨਾਲ ਚੱਲਣਾ ਪੈਣਾ। ਜਿਵੇਂ ਜਿਵੇਂ ਨਵੇਂ ਆ ਰਹੇ ਆ, ਨਵੀਂ ਵੈਕਸੀਨਸ ਹੋ ਰਹੇ ਆ ਕ੍ਰੀਏਟ। ਸੋ ਆਈ ਥਿੰਕ ਕਾਰ ਬਿਜ਼ਨਸ ਜਾਂ ਕਿਸੇ ਵੀ ਬਿਜ਼ਨਸ ਦੇ ਆਪਾਂ ਉਹਨੂੰ ਬੰਦ ਨਹੀਂ ਕਰ ਸਕਦੇ ਕਿ ਉਹ ਬੰਦ ਕਰਕੇ ਤੇ ਫਿਰ ਤਾਂ ਤੁਸੀਂ ਦੁਨੀਆ ਹੋਈ ਖਤਮ ਹੋ ਜੂਗੀ, ਰਾਈਟ। ਸੋ ਆਈ ਥਿੰਕ ਇਹ ਗੱਲ ਸਿੱਖੇ ਸਾਰੇ ਵੀ ਠੀਕ ਆ, ਜਿਹੜੀ ਗੱਲ ਹੋ ਗਈ, ਪਰ ਆਪਾਂ ਨੂੰ ਮੈਨੇਜ ਕਰਨਾ ਪੈਣਾ ਸਿਚੁਏਸ਼ਨ। ਔਰ ਜੇ ਆਟੋਮੋਬਾਈਲ ਇੰਡਸਟਰੀ ਦੀ ਆਪਾਂ ਗੱਲ ਕਰੀਏ, ਜਿੱਦਾਂ ਇਨਵਰਟਰ ਹੀ ਨਹੀਂ ਹੈਗੀ ਜਾਂ ਸ਼ਾਰਟੇਜ ਆਫ ਚਿਪਸ ਚੱਲ ਰਹੀ ਹੈ, ਇਹ ਕਦੋਂ ਤੱਕ ਤੁਹਾਨੂੰ ਲੱਗਦਾ ਵੀ ਦੂਰ ਹੋਣ ਦੀ ਉਮੀਦ ਹੈਗੀ ਆ? ਹਾਂਜੀ, ਹੁਣ ਮੈਂ ਜੋ ਦੱਸਿਆ ਸੀ ਅੱਗੇ ਵੀ ਆਈ ਥਿੰਕ ਅਗਸਤ ਜਿਹੜਾ ਮਹੀਨਾ ਆ, ਆਈ ਥਿੰਕ ਇਹ ਸਾਰਿਆਂ ਨੂੰ ਬਾਟਮ ਤੇ ਹੋ ਗਿਆ। ਇਹ ਸਾਰਿਆਂ ਨੂੰ ਜ਼ਿਆਦਾ ਇਨਵੈਂਟਰੀ ਸਾਡੀ ਘੱਟ ਇਸ ਮਹੀਨੇ ਸੀਗੀ। ਹੁਣ ਮੈਂ ਹੁਣੇ ਵਾਪਸ ਆਇਆ, ਆਪਣੇ ਫੋਰਡ ਨਾਲ ਮੀਟਿੰਗ ਸੀ ਡੈਲਸ ਦੇ ਵਿੱਚ। ਉਹ ਕਹਿ ਰਹੇ ਵੀ ਹੁਣ ਸਾਡਾ ਪ੍ਰੋਡਕਸ਼ਨ ਪਲਾਂਟਸ ਫਿਰ ਦੁਬਾਰਾ ਸ਼ੁਰੂ ਹੋ ਰਹੇ ਆ ਰਹੇ ਆ ਚਿਪਸ। ਸੋ ਹੁਣ ਹੌਲੀ ਹੌਲੀ ਜਾ ਕੇ ਆਪਣੇ ਕਾਰਾਂ ਦੀ ਪ੍ਰੋਡਕਸ਼ਨ ਵਧੂਗੀ ਤੇ ਚਿਪਸ ਜਿਵੇਂ ਆ ਰਿਹਾ, ਤੇ ਇਦੋਂ ਹੁਣ ਆ ਬਾਟਮ ਤੇ ਹੁਣ ਤਾਂ ਨੂੰ ਚੱਲੂਗਾ ਪ੍ਰੋਗਰਾਮ। ਸੋ ਆਈ ਥਿੰਕ ਇਸ ਵੇਲੇ ਜਿਵੇਂ ਕੱਲਾ ਫੋਰਡ ਦੇ 1.5 ਤੋਂ ਲੱਗ ਕੇ ਖਣੀ $5 ਲੱਖ ਤੱਕ 5 ਲੱਖ ਗੱਡੀ ਉਹਨਾਂ ਕੋਲ ਘਟਿਆ। ਸੋ ਸਾਰੇ ਮੈਨੂਫੈਕਚਰਰਸ ਆ, ਆਈ ਥਿੰਕ ਆ ਥੱਲੇ ਆ ਕੰਮ ਜਮਾ ਹੁਣ, ਪਰ ਇਹਨੂੰ ਬਰਾਬਰ ਹੋਣ ਨੂੰ, ਸਟੇਬਲ ਹੋਣ ਨੂੰ ਆਈ ਥਿੰਕ 7-8 ਮਹੀਨੇ ਲੱਗ ਜਾਣੇ ਆ। ਮਿਡਲ ਸਮਰ ਤੇ ਅਗਲੇ ਸਾਲ ਤੱਕ ਆਈ ਥਿੰਕ ਉਦੋਂ ਜਾ ਕੇ ਸਟੇਬਲਾਈਜ਼ ਹੋ, ਬਸ਼ਰਤੇ ਵੀ ਹੈ ਕੋਵਿਡ ਦਾ ਜਿਹੜਾ ਵਾ ਪਿਛਲੇ ਵਾਂਗੂ ਪ੍ਰਭਾਵ ਨਾ ਹੋਵੇ। ਹਾਂ, ਦੂਜੀ ਗੱਲ ਇਹ ਜਿਹੜੇ ਮੈਨੂਫੈਕਚਰ ਸਿੱਖੇ ਆ, ਜਦੋਂ ਅਸੀਂ ਹੁਣ ਉਦੋਂ ਜਾ ਕੇ ਮੀਟਿੰਗ ਕਰਕੇ ਆਏ, CEO ਸੀ ਫੋਰਡ ਦਾ, ਹੋਰ ਦੂਜੀ ਕੰਪਨੀਆਂ ਦੇ ਵੀ ਆ, ਉਹ ਸਿੱਖਿਆ ਵੀ ਅਸੀਂ ਹੁਣ ਕਾਰਾਂ ਇੰਨੀਆਂ ਨਾ ਬਣਾਈਏ ਜਿਵੇਂ ਅੱਗੇ ਬਣਾਉਂਦੇ ਸੀਗੇ। ਕਿਉਂਕਿ ਅੱਗੇ ਹੁੰਦਾ ਸੀਗਾ ਵੀ ਜਾ ਕੇ ਕਾਰਾਂ ਬਣਾਈਓ। ਹੁਣ ਹਰ ਬੰਦਾ ਉਹ ਕੋਈ ਕਾਰ ਕੋਈ ਮੰਗਦਾ, ਰਾਈਟ। ਕਈ ਕਾਰਾਂ ਦੇ ਜਿਹੜੀ ਕੰਬੀਨੇਸ਼ਨ ਆ
2-2000 ਡਿਫਰੈਂਟ ਕੰਬੀਨੇਸ਼ਨ ਆ ਕਾਰ ਦਾ, ਉਹਨਾਂ ਨੇ ਉਹ ਬੰਦ ਕਰ ਰਿਹਾ। ਉਹ ਕਹਿੰਦੇ ਵੀ ਅਸੀਂ ਉਹ ਜਿਹੜੇ 2-2000 ਕੰਬੀਨੇਸ਼ਨ ਆ 50 ਕਰ ਦਿਓ, ਵੀ ਜਿਹੜਾ ਹੁਣ ਟਰੱਕ ਆ ਉਹਦੇ 2000 ਡਿਫਰੈਂਟ ਕਲਰ ਆਹ ਚੀਜ਼ਾਂ ਅੱਡ ਬਣਾ ਸਕਦੇ ਆ। ਉਹ ਕਹਿੰਦੇ ਵੀ ਅਸੀਂ ਇਹ ਸਾਡੇ ਤੇ ਬਹੁਤ ਕੰਸਟ੍ਰੇਂਟ ਪੈਂਦਾ ਜਦੋਂ ਉਹ ਮੈਨੂਫੈਕਚਰ ਕਰਦੇ ਆ। ਹੁਣ ਉਹਨਾਂ ਨੇ ਜਿਹੜੇ ਉਹ ਡਿਫਰੈਂਟ ਮਾਡਲਸ ਹੈਗੇ, ਡਿਫਰੈਂਟ ਕੰਬੀਨੇਸ਼ਨਸ ਆ ਉਹ ਘਟਾ ਰਹੇ ਆ। ਉਹ ਕਹਿੰਦੇ ਵੀ ਹੌਲੀ ਹੌਲੀ ਅਸੀਂ ਜਿਹੜੇ ਕੰਜ਼ਿਊਮਰ ਆ ਉਹਨੂੰ ਅਸੀਂ ਸਿਖਾਈਏ ਵੀ ਕਾਰ ਜਿਹੜੀ ਤੁਸੀਂ ਮੰਗਦੇ ਆ ਉਹ ਆਰਡਰ ਕਰੋ, ਰਾਈਟ? ਓਕੇ, ਅੱਗੇ ਨੂੰ ਜ਼ਿਆਦਾ ਆਰਡਰ ਕਰੋ। ਹੁਣ ਜੇ ਤੁਸੀਂ ਦੇਖੋ ਸਾਰੇ ਜ਼ਿਆਦਾ ਕਾਰਾਂ ਜ਼ਿਆਦਾ ਸਾਡੇ ਜਿਹੜੇ ਆਰਡਰਸ ਆ ਹੁਣ ਇਸ ਟਾਈਮ ਤੇ 20 ਤੋਂ 25% ਜ਼ਿਆਦਾ ਆਰਡਰ ਜ਼ਿਆਦਾ ਆ ਨੋਰਮਲ ਨਾਲ। ਉਹ ਸਿੱਖ ਗਏ ਆ ਵੀ ਜਦੋਂ ਅਸੀਂ ਕਾਰਾਂ ਬਣਾਉਨੇ ਆ ਜਿਹੜੀਆਂ ਲੋਕੀ ਨਹੀਂ ਮੰਗਦੇਗੇ ਉਹ ਖੜੀਆਂ ਰਹਿੰਦੀਆਂ, ਫਿਰ ਜੋ ਵਿਕਦੀਆਂ ਨੇ ਸਾਨੂੰ ਰੀਬੇਟ ਦੇਣੇ ਪੈਂਦੇ ਆ, ਰਾਈਟ? ਫਿਰ ਉਹਨਾਂ ਨੂੰ ਪ੍ਰਾਈਸਿੰਗ ਘੱਟ ਕਰਕੇ ਸੋ ਉਹ ਖਰਚਾ ਤਾਂ ਉਹਨਾਂ ਹੋਇਆ ਬਣਾਉਣ ਤੇ, ਰਾਈਟ? ਸੋ ਉਹ ਹੌਲੀ ਹੌਲੀ ਸਿੱਖ ਰਿਹਾ ਇਹ ਗੱਲ ਤੋਂ। ਵੀ ਦੂਜੀ ਗੱਲ ਇਹ ਆ ਜਿਹੜੀ ਆਪਣੀ ਹੈਗੀ ਰੀਅਲ ਸਟੇਟ ਬਹੁਤ ਜ਼ਿਆਦਾ ਮਹਿੰਗੀ ਆ, ਰਾਈਟ? ਸਪੈਸ਼ਲੀ ਜਿਹੜੇ ਵੱਡੇ ਟਾਊਨ ਆ। ਹੁਣ ਅੱਗੇ ਤੁਸੀਂ ਦੇਖਦੇ ਹੋਗੇ 10-10 15-15 ਏਕੜ ਦੇ ਵਿੱਚ ਡੀਲਰਸ਼ਿਪ ਆ, ਰਾਈਟ? ਉਹਦਾ ਖਰਚਾ ਵੀ ਉਸ ਹਿਸਾਬ ਨਾਲ। ਸੋ ਕਈ ਡੀਲਰ ਕਹਿ ਰਹੇ ਆ ਵੀ ਯਾਰ ਵੀ ਕਾਰ ਬਿਜ਼ਨਸ ਆਓ, ਅਸੀਂ ਕਾਰ ਬਿਜ਼ਨਸ ਬੰਦ ਕਰਕੇ ਘਰ ਬਣਾ ਦਈਏ ਇੱਥੇ, ਉਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ। ਸੋ ਹੁਣ ਉਹ ਮੈਨੂਫੈਕਚਰ ਵੀ ਸਿੱਖ ਰਹੇ ਆ ਵੀ ਰੀਅਲ ਸਟੇਟ ਘੱਟ ਕਰੀਏ ਤੇ ਜੇ ਕਾਰਾਂ ਤੁਸੀਂ ਆਰਡਰ ਤੇ ਬਣਾਓ ਜਾਂ ਉਨੀਆਂ ਬਣਾਓ, ਮਤਲਬ ਸਟਾਕ ਘਟਾਓ, ਕੰਬੀਨੇਸ਼ਨ ਘਟਾਓ। ਕਿਉਂਕਿ ਜੇ ਅੱਗੇ ਐਵਰੇਜ ਸਪਲਾਈ ਜਿਹੜੀ ਸਾਡੀ ਹੁੰਦੀ ਸੀਗੀ 70 ਤੋਂ 90 ਦਿਨ ਹੁੰਦੀ ਸੀਗੀ, ਵੀ ਜਿੰਨੀਆਂ ਸਾਡੇ ਕਾਰ ਜੇ ਅਸੀਂ 100 ਕਾਰ ਵੇਚਦੇ ਸਾਡੇ ਕੋਲ 300 ਖੜੀ ਹੁੰਦੀ ਸੀ, ਰਾਈਟ? ਹੁਣ ਉਹ ਸੋਚਦੇ ਆ ਵੀ ਅਸੀਂ ਉਹ ਸਪਲਾਈ ਨੂੰ 45 ਦਿਨ ਤੇ ਲੈ ਆਈਏ, ਵੀ ਸਾਨੂੰ ਅੱਧੀਆਂ ਕਾਰਾਂ ਦੀ ਲੋੜ ਪਵੇ। ਸੋ ਜੋ ਅੱਧੀਆਂ ਕਾਰਾਂ ਦੀ ਲੋੜ ਪੈਂਦੀ ਆ ਕਿ ਤੁਹਾਨੂੰ ਜਗ੍ਹਾ ਘੱਟ ਗਈ, ਫਿਰ ਜਿਹੜਾ ਅਸੀਂ ਇੰਟਰਸਟ ਪੇ ਕਰਦੇ ਆ ਉਹ ਘਟ ਗਿਆ। ਫਿਰ ਉਹ ਜਿਹੜਾ ਚੀਜ਼ ਖੜੀ ਨੂੰ ਖਰਾਬ ਹੋਣੀ, ਬੈਟਰੀ ਡਾਊਨ ਹੋ ਗਈ ਕਿਸੇ ਦੀ ਜਾਂ ਕੋਈ ਰੋਜ਼ ਸਫਾਈ ਕਰਨੀ ਜਾਂ ਕਿਸੇ ਨੇ ਉੱਤੇ ਮਾੜਾ ਮੋਟਾ ਠੋਕਤਾ ਵਿੱਚ ਕੁਛ ਜਾਂ ਕਰਤਾ, ਉਹ ਖੜੀ ਚੀਜ਼ ਨੇ ਖਰਾਬ ਹੋਣਾ, ਰਾਈਟ? ਸੋ ਮੈਨੂਫੈਕਚਰ ਵੀ ਜਿਹੜਾ ਕੋਵਿਡ ਸਾਰਿਆਂ ਨੂੰ ਬਹੁਤ ਚੀਜ਼ਾਂ ਸਿਖਾ ਰਿਹਾ, ਰਾਈਟ? ਸੋ ਹਰ ਇੰਡਸਟਰੀ ਆਪ ਨੂੰ ਚੇਂਜ ਕਰ ਰਹੀ ਆ, ਆਪ ਨੂੰ ਬਦਲ ਰਹੀ ਆ। ਸੋ ਮੈਨੂਫੈਕਚਰ ਆਈ ਥਿੰਕ ਸੋ ਹਰ ਚੀਜ਼ ਮਾੜੀ ਚੀਜ਼ੋਂ ਕੋਈ ਚੰਗੀ ਚੀਜ਼ ਨਿਕਲਦੀ ਆ, ਰਾਈਟ? ਸੋ ਇਹ ਕੋਵਿਡ ਦੇ ਵਿੱਚੋਂ ਸਾਨੂੰ ਇਹ ਪਤਾ ਲੱਗ ਗਿਆ ਹੁਣ ਵੀ ਕਾਰ ਬਿਜ਼ਨਸ ਵਿੱਚ ਉਹਨੂੰ ਤੁਸੀਂ ਕੰਬੀਨੇਸ਼ਨ ਤੇ ਇਨਵੈਂਟਰੀ ਘਟਾਓ, ਕਿਉਂਕਿ ਜਦੋਂ ਇਨਵੈਂਟਰੀ ਘਟਾਉਣੇ ਥੋੜੇ ਸਾਰੇ ਖਰਚੇ ਘਟਦੇ ਆ। ਕਿਉਂਕਿ ਇੱਕ ਟਾਈਮ ਤੇ ਸਾਡੇ ਕੋਲ 80 ਤੋਂ 100 ਮਿਲੀਅਨ ਡਾਲਰ ਦੀਆਂ ਕਾਰਾਂ ਖੜੀਆਂ। ਹੁਣ ਜਦੋਂ ਖੜੀਆਂ ਹਰ ਮਹੀਨੇ ਜਿਵੇਂ ਆਪਣਾ ਸਬਜ਼ੀਆਂ ਨੂੰ ਉਹ ਖਰਾਬ ਹੋ ਜਾਂਦੀਆਂ, ਰਾਈਟ? ਸਬਜ਼ੀ ਜਦੋਂ ਆਪਾਂ ਸਵੇਰੇ ਲੈਂਦੇ ਆ ਫਰੈਸ਼ ਮਹਿੰਗੀ ਹੁੰਦੀ ਆ ਤੇ ਐਂਡ ਤੇ ਆ ਕੇ ਕਹਿੰਦਾ ਯਾਰ ਲੈ ਜਾ, ਹਨਾ? ਸੋ ਕਾਰਾਂ ਵਾਲਾ ਵੀ ਇਹ ਕੰਮ ਹੀ ਆ। ਫਿਰ ਨਾ ਵੀ ਕੀ ਫਿਰ ਸਾਨੂੰ ਵੀ ਹੁੰਦਾ ਕਿ ਵੀ ਸਾਡੇ ਹੁਣ 22 ਮਾਡਲ ਆ ਗਿਆ, 20 ਦੀਆਂ ਖੜੀਆਂ ਵਿੱਚ ਕਹਿਣਾ ਯਾਰ 10,000 ਘਾਟਾ ਪਾਓ ਉਹਨੂੰ ਕੱਢੋ, ਕਿਉਂਕਿ ਉਹ ਫਿਰ ਉਹਦਾ ਬਚਾਅ ਹੋਊਗਾ। ਸੋ ਉਹਦਾ ਬਚਾਅ ਹੋਊਗਾ। ਸੋ ਮੰਗਦੇ ਆ ਵੀ ਜਿਹੜਾ ਸਾਰਾ ਸਿਸਟਮ ਆ ਜ਼ਿਆਦਾ ਐਫੀਸ਼ੀਐਂਟ ਹੋਵੇ, ਜ਼ਿਆਦਾ ਪ੍ਰੋਡਕਟ ਹੋਵੇ ਤੇ ਉਹਨਾਂ ਨੂੰ ਪਲਾਂਟ ਵੀ ਘੱਟ ਵਰਤਣੇ ਪੈਣ, ਕਿਉਂਕਿ ਖਰਚ ਯੂਐਸ ਦੇ ਵਿੱਚ ਵੀ ਸਪੈਸ਼ਲੀ ਆਪਣੇ ਲੇਬਰ ਯੂਨੀਅਨਸ ਆ, ਖਰਚੇ ਬਹੁਤ ਆ। ਸਾਰਾ ਜਿਹੜਾ ਸਿਸਟਮ ਆ ਉਹਨੂੰ ਖਰਚੇ ਘਟਾ ਕੇ ਓਨੀ ਪ੍ਰੋਡਕਸ਼ਨ ਜਾਈ ਜਿੰਨੀ ਡਿਮਾਂਡ ਆ। ਐਗਜ਼ੈਕਟਲੀ। ਤੇ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਤੇ ਕੋਵਿਡ ਤੋਂ ਬਾਅਦ ਜੇ ਆਪਾਂ ਇਹ ਗੱਲ ਕਰੀਏ ਵੀ ਕੁਝ ਮਹੀਨਿਆਂ ਦੇ ਵਿੱਚ ਇਸ ਵੇਲੇ ਜਿਸ ਤਰ੍ਹਾਂ ਦੀ ਮਾਰਕੀਟ ਦਾ ਸਿਨੈਰੀਓ ਚੱਲ ਰਿਹਾ, ਕੁਝ ਮਹੀਨਿਆਂ ਦੇ ਵਿੱਚ ਨਾਰਮਲਾਈਜੇਸ਼ਨ ਦਿਖਣੀ ਸ਼ੁਰੂ ਹੋ ਜਾਏਗੀ। ਹਾਂਜੀ, ਹੁਣ ਆਈ ਥਿੰਕ ਹੁਣੇ ਐਂਡ ਦੇ ਈਅਰ ਤੱਕ ਹੀ ਲੱਗ ਜਾਣਾ। ਸਾਰਿਆਂ ਨੂੰ ਜ਼ਿਆਦਾ ਬਿਜ਼ੀ ਮਹੀਨਾ ਹੁੰਦਾ ਦਸੰਬਰ। ਐਰਕੀ ਦਸੰਬਰ 'ਚ ਕਾਰਾਂ ਨਹੀਂ ਮਿਲਣੀਆਂ ਜਿਵੇਂ ਕਿ ਮਿਲਦੀਆਂ ਹੁੰਦੀਆਂ ਸੀ ਤੇ ਸੇਲਾਂ ਨਹੀਂ ਲੱਗਣੀਆਂ ਜਿਵੇਂ ਕਿ ਲੱਗਦੀਆਂ ਹੁੰਦੀਆਂ ਸੀਗੀਆਂ। ਪਰ ਹੌਲੀ ਹੌਲੀ ਆਈ ਥਿੰਕ ਸਪਲਾਈ ਟ੍ਰਿਕਲ ਡਾਊਨ ਹੁੰਦੀ ਜਾਣੀ ਆ ਤੇ ਪ੍ਰੋਡਕਟ ਬਾਹਲਾ ਉਹ ਬਣੂਗਾ ਜਿਹੜਾ ਲੋਕੀ ਚਾਹੁੰਦੇ ਆ। ਹਾਂ, ਨਾਲ ਵੀ ਬਣਾ ਦਿਓ ਆਹ ਤੇ ਮਗਰ ਕੱਢ ਦਿਓ। ਸੋ ਹੌਲੀ ਹੌਲੀ ਆ ਕੇ ਆਈ ਥਿੰਕ ਜਾ ਕੇ ਅਪ੍ਰੈਲ ਮਈ ਤੱਕ ਅਗਲੇ ਸਾਲ ਤੱਕ ਥੋੜਾ ਜਿਹਾ ਨੋਰਮਲਾਈਜ਼ ਹੋ ਜਾਊਗਾ। ਸ਼ੁਕਰੀਆ ਜੀ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ, ਹਾਲਾਂਕਿ ਚਰਚਾ ਹੋਰ ਲੰਬੀ ਹੋ ਸਕਦੀ ਸੀ। ਕਿੱਦਾਂ ਦੀ ਲੱਗੀ ਤੁਹਾਨੂੰ ਸਾਡੀ ਇਹ ਚਰਚਾ? ਕਿਉਂਕਿ ਇਸ ਵੇਲੇ ਆਟੋਮੋਬਾਈਲ ਇੰਡਸਟਰੀ ਔਰ ਰੀਅਲ ਏਸਟੇਟ ਮਾਰਕੀਟ ਬੜੀ ਹੀਟ ਅਪ ਹੈ ਪੂਰੇ ਦੁਨੀਆ ਦੇ ਵਿੱਚ। ਕਾਰਾਂ ਨਵੀਂ ਲੈਣ ਚਲੇ ਜਾਓ ਤਾਂ ਨਵੀਂ ਕਾਰ ਨਹੀਂ ਮਿਲਦੀ, ਪੁਰਾਣੀ ਲੈਣ ਚਲੇ ਜਾਓ ਤਾਂ ਉਹਦਾ ਡਬਲ ਪ੍ਰਾਈਸ ਮਿਲਦਾ। ਉਹਦੇ ਤੇ ਅੱਜ ਚਰਚਾ ਜਿਹੜੀ ਸੀਗੀ, ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਅਗਲੇ ਹਫਤੇ ਇੱਕ ਨਵੀਂ ਚਰਚਾ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।